ਗਗਨ ਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮਾਂਡਿਓ ਸੁਰਮਾ ਅਬ ਜੂਝਣ ਕਉਦਾ सूरा सो पहचानिए जो लड़ै दीन कहे पुरजा पुरजा कट मरै कब हूँ न छड़ खेत एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद गौड़ी महला नौवा साधो ए मन गह्यो न जाई चंचल तृष्णा संग बस्त है जाते थिर ना रहाई साधो ए मन गह्यो न जाई चंचल तृष्णा संग बस्त है जाते थिर ना रहाई रहा कठन क्रोध घट ही के भीतर जे सुध सब बिसराई रतन ज्ञान सब को हिर लीना तास्यो कस ना बसाई रतन ज्ञान सब को हिर लीना तास्यो कस ना बसाई जोगी जतन करत सब हारे गुनी रहे गुण गाई जन नानक हर भय दयाला तो सब वेद बन आई जन नानक हर भय दयाला तो सब वेद बन आई परम सन्मानयोग धन धन शब्द गुरु श्री गुरु ग्रंथ साहब जी की पावन गोद विच नौवें पातशाह धन गुरु तेग बहादुर महाराज जी की शहीदी दिवस नूं मनाउंदियां होइयां दो रोज़ा गुरमत समागम जिस दे पहले दीवान की हाज़री आपां सारे भर रहे हाँ। सवेर वेले तो लैके हुण तक आप जी ने बहुत प्यार नाल हाज़री भरदियां होइयां गुरबाणी दा कीर्तन विचारां अते मेरे तो पहला बहुत प्यार नाल सिख कौम दा वडमुला इतिहास ढाडी जथे ने बहुत प्यार नाल सानू सारियां नू इतिहास भी अते वारां भी बहुत प्यार नाल सरवण कराइयां ने। जिस इकाग्रता दे नाल आपां पहला हाज़री भर रहे हाँ उस इकाग्रता नू बरकरार रखिए। नौवें पातशाह महाराज जी की शहादत उन्हां दे पाए हुए पूरने उन्हां दियां पावन सिक्ख्यावां उन्हां दी दृढ़ता विश्वास भरोसा जिस मकसद लिए उन्होंने ये शहादत का जाम पीता आप जी ने बहुत प्यार नाल मेरे तो पहला ढाडी जत्थियां पासों ये विचार सरवण कीते ने। आओ
ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ, ਜਿਸ ਦਾ ਆਪਾਂ ਰਲ ਕੇ ਬੜੇ ਪਿਆਰ ਨਾਲ ਪਾਠ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਰਾਗ ਗੌੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 219 ਦੇ ਉੱਪਰ ਸੁਭਾਈਮਾਨ ਹੈ। ਸਤਿਗੁਰੂ ਜੀ ਦੇ ਦਿਨ ਮਨਾਉਣ ਦਾ ਮਤਲਬ ਇਹੋ ਹੀ ਹੈ, ਉਹਨਾਂ ਦੇ ਪਾਏ ਹੋਏ ਪੂਰਨੇ, ਉਹਨਾਂ ਦੀਆਂ ਪਾਵਨ ਸਿੱਖਿਆਵਾਂ, ਉਹਨਾਂ ਨੇ ਜੋ ਸਾਡੇ ਲਈ ਰਾਹ ਬਾਣੀ ਦੇ ਵਿੱਚ ਸਾਨੂੰ ਲਿਖ ਕੇ ਦੇ ਕੇ ਗਏ ਨੇ, ਉਹਨਾਂ ਨੂੰ ਸਮਝ ਕੇ ਉਹਦੇ ਅਨੁਸਾਰ ਤੁਰਨਾ ਹੀ ਸਾਡੇ ਦਿਨ ਮਨਾਉਣ ਦਾ ਅਸਲੀ ਅਰਥ ਹੋਣਾ ਚਾਹੀਦਾ ਹੈ। ਅੱਜ ਜੇ ਸਾਨੂੰ ਪੁੱਛੇ ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੀ ਸਿੱਖਿਆ ਕੀ ਹੈ, ਤੇ ਉਹ ਸਿੱਖਿਆ ਸਾਨੂੰ ਉਹਨਾਂ ਦੀ ਬਾਣੀ ਚੋਂ, ਜਿਹੜਾ ਉਹਨਾਂ ਨੇ ਆਪਣੇ ਜੀਵਨ ਤੇ ਇਤਿਹਾਸ ਸਿਰਜਿਆ ਹੈ, ਜੋ ਕੁਰਬਾਨੀ ਕੀਤੀ ਹੈ, ਜੋ ਉਹਨਾਂ ਨੇ ਸਾਡੇ ਲਈ ਪੂਰਨੇ ਪਾਏ ਨੇ, ਦ੍ਰਿੜਤਾ ਹੈ, ਵਿਸ਼ਵਾਸ ਹੈ, ਭਰੋਸਾ ਹੈ, ਉਹ ਸਾਡੇ ਲਈ ਇੱਕ ਚਾਨਣ ਮੁਨਾਰਾ ਹੋਣਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਵਰਗੀ ਸ਼ਖਸੀਅਤ ਦਾ ਸੰਸਕਾਰ ਦੋ ਹਿੱਸਿਆਂ ਵਿੱਚ ਹੋਣਾ ਤੇ ਦੋ ਜਗ੍ਹਾ 'ਚ ਹੋਣਾ, ਇਹ ਸਮਾਜ ਵਾਸਤੇ, ਸਰਕਾਰਾਂ ਵਾਸਤੇ, ਜਾਂ ਸਰਕਾਰਾਂ ਦੇ ਮੂੰਹ ਦੇ ਉੱਤੇ ਬਹੁਤ ਵੱਡੀ ਇੱਕ ਚਪੇੜ ਸੀ, ਜਿਹੜੇ ਗੁਰੂ ਪਾਤਸ਼ਾਹ ਦੇ ਸਰੀਰ ਨੂੰ ਰੋਲਣਾ ਚਾਹੁੰਦੇ ਸੀ। ਇਹ ਅੱਜ ਸਾਡੇ ਲਈ ਮਾਮੂਲੀ ਗੱਲ ਹੋਏਗੀ, ਪਰ ਉਸ ਵਕਤ ਇਹ ਬੜੀ ਵੱਡੀ ਗੱਲ ਸੀ। ਜਿਵੇਂ ਆਪ ਜੀ ਨੂੰ ਭਾਈ ਸਾਹਿਬ ਹੁਣਾਂ ਨੇ ਸਰਵਣ ਕਰਾ ਹੀ ਦਿੱਤਾ, ਸਰਕਾਰਾਂ ਦੇ ਨਾਲ ਟੱਕਰ ਲੈਣੀ ਕਮਾਲ ਦੀ ਗੱਲ ਹੈ। ਮੈਂ ਬਾਣੀ ਦੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਨੁਕਤਾ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ। ਦੁਨੀਆ ਦੇ ਅੰਦਰ ਪਤੀ ਚੰਗੇ ਕੰਮ ਕਰਦਾ ਹੋਵੇ, ਸਮਾਜ ਉਹਨੂੰ ਚੰਗਾ ਨਾ ਕਹਿੰਦਾ ਹੋਵੇ, ਤੇ ਕਈ ਵਾਰੀ ਪਤਨੀ ਵੀ ਬਾਹੋਂ ਫੜ ਕੇ ਕਹਿੰਦੀ ਹੈ, ਮੈਂ ਬਾਹਰ ਜਦੋਂ ਨਿਕਲਦੀਆਂ ਲੋਕ ਤੁਹਾਡੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਤੁਸੀਂ ਚੰਗੇ ਕੰਮ ਕਰਨ ਦਾ ਠੇਕਾ ਲਿਆ, ਘਰ ਬਹੁ ਚੁੱਪ ਕਰਕੇ। ਕਈ ਵਾਰ ਪਤਨੀ ਵੀ, ਘਰ ਦੇ ਬੱਚੇ ਵੀ ਉਹਦੇ ਚੰਗੇ ਕੰਮ ਕਰਨ ਵਿੱਚ ਰੁਕਾਵਟ ਖੜੀ ਕਰਦੇ ਨੇ। ਅਸੀਂ ਬਾਹਰ ਨਿਕਲਦੇ ਹਾਂ, ਤੁਸੀਂ ਚੰਗਾ ਕੰਮ ਕਰਦੇ ਹੋ, ਤੁਹਾਡੇ ਇਸ ਬਾਰੇ ਤਰ੍ਹਾਂ ਤਰ੍ਹਾਂ ਦੇ ਸ਼ਬਦ ਬੋਲਦੇ ਨੇ। ਬੰਦਾ ਇਮਾਨਦਾਰੀ ਨਾਲ ਚੰਗੇ ਕੰਮ ਹੀ ਭਾਵੇਂ ਕਰਦਾ ਹੋਵੇ, ਪਰ ਸਿਰ ਝੁਕਦਾ ਹੈ ਗੁਰੂ ਪਾਤਸ਼ਾਹ ਜੀ ਦੇ, ਉਹਨਾਂ ਦੇ ਪਰਿਵਾਰ ਵੱਲ ਵੀ। ਜੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਵੇਖੀਏ, ਇੱਕ ਕੰਮ ਤੁਹਾਨੂੰ ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ ਮਹਾਰਾਜ, ਇਹਨਾਂ ਦੇ ਜੀਵਨ ਦਾ ਐਸਾ ਨਹੀਂ ਮਿਲੇਗਾ ਜਿਹੜਾ ਸਮਾਜ ਦਾ ਨੁਕਸਾਨ ਕਰਨ ਵਾਲਾ ਹੋਵੇ, ਵੀ ਕਿਤੇ ਸਮਾਜ ਦਾ ਕੋਈ ਨੁਕਸਾਨ ਕੀਤਾ ਹੋਵੇ। ਜੇ ਕੋਈ ਵਿਅਕਤੀ ਬਿਮਾਰ ਹੁੰਦਾ, ਉਹਦੇ ਲਈ ਵੈਦਖਾਨੇ ਬਣਦੇ ਨੇ। ਜੇ ਕੋਈ ਕਿਸੇ ਦਾ ਘਰ ਢੱਠਦਾ, ਉਹਦੇ ਲਈ ਘਰ ਬਣਾ ਕੇ ਦਿੰਦੇ ਨੇ। ਜਿਨ੍ਹਾਂ ਨੂੰ ਪਾਣੀ ਦੀ ਲੋੜ ਹੈ, ਉਹਨਾਂ ਨੂੰ ਖੂਹ ਲਵਾ ਕੇ ਦਿੰਦੇ ਨੇ। ਜੇ ਲਾਹੌਰ ਕਾਲ ਪੈਂਦਾ ਹੈ, ਤਾਂ ਗੁਰੂ ਅਰਜਨ ਸਾਹਿਬ ਸਿੱਖਾਂ ਦੀ ਦਸਵੰਧ ਦੀ ਕਮਾਈ ਨਾਲ ਉੱਥੇ ਭਲਾ ਕਰਦੇ ਨੇ, ਤੇ ਲਾਹੌਰ 'ਚੋਂ ਆਵਾਜ਼ ਆਉਂਦੀ ਹੈ, ਧੰਨ ਗੁਰੂ ਅਰਜਨ, ਧੰਨ ਗੁਰੂ ਅਰਜਨ। ਪਰ ਇਹ ਵੀ ਚੇਤਾ ਰੱਖੋ, ਉਹੋ ਹੀ ਲਾਹੌਰ ਹੈ ਜਿੱਥੇ ਤੱਤੀ ਤਵੀ ਤੇ ਬਿਠਾਇਆ ਗਿਆ ਹੈ। ਕੰਮ ਇੱਕ ਵੀ ਗੁਰੂ ਅਰਜਨ ਸਾਹਿਬ ਦਾ ਸਮਾਜ ਦੇ ਵਿਰੋਧ ਵਿੱਚ ਨਹੀਂ ਜਾਂਦਾ, ਪਰ ਸਮੇਂ ਦੀਆਂ ਸਰਕਾਰਾਂ ਨੂੰ ਨਾ ਉਸ ਵਕਤ ਦੇ ਅਖੌਤੀ ਰਾਜਨੀਤਿਕ ਨੂੰ ਤੇ ਨਾ ਅਖੌਤੀ ਧਾਰਮਿਕ ਨੂੰ, ਦੋਨਾਂ ਨੂੰ ਗੁਰੂ ਅਰਜਨ ਸਾਹਿਬ ਜੀ ਦੇ ਕੀਤੇ ਹੋਏ ਚੰਗੇ ਕੰਮ ਪਸੰਦ ਨਹੀਂ ਹਨ। ਇੱਦਾਂ ਹੀ ਗੁਰੂ ਨੌਵੇਂ ਪਾਤਸ਼ਾਹ ਜੀ ਦੇ, ਗੁਰੂ ਨੌਵੇਂ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਤੋਂ ਬਾਅਦ ਸਭ ਤੋਂ ਵੱਧ ਜੇ ਕਿਸੇ ਨੇ ਪ੍ਰਚਾਰ ਕੇ ਦੁਨੀਆ ਦੇ ਵਿੱਚ ਘੁੰਮ ਕੇ ਪ੍ਰਚਾਰ ਕੀਤਾ ਹੈ, ਤੇ ਉਹ ਸ਼ਖਸੀਅਤ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ। ਆਓ ਉਹਨਾਂ ਦੀ ਸ਼ਹਾਦਤ ਨੂੰ ਤੁਸੀਂ ਸਮਰਪਿਤ ਹੋ ਕੇ ਬੜੇ ਪਿਆਰ ਨਾਲ ਹਾਜ਼ਰੀ ਭਰ ਰਹੇ ਹੋ। ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਰਾਗ ਗੌੜੀ ਵਿੱਚ 219 ਨੰਬਰ ਅੰਕ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਈਮਾਨ ਹੈ। ਆਓ ਬਾਣੀ ਦੀਆਂ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਤੇ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ, ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਹ ਪਾਵਨ ਸ਼ਬਦ ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਰਸਨਾ ਤੋਂ ਆਪਾਂ ਉਚਾਰਨ ਕੀਤਾ ਹੋਇਆ ਸਰਵਣ ਕੀਤਾ ਹੈ। ਆਓ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ
रल के एक बार सारी संगत बाणी दे इन्हां शब्द दियां तुकां दा पाठ कर लईए ताकि साडा मन शब्द दी विचार वास्ते तैयारी विच आ सके। सारी खेड मन दी है, साडे शरीर नूं चलाउंदा साडा मन है, मन विचारां दा संग्रह है। जिद्दां दे मनुख दे विचार ने उदां दा मनुख दा जीवन है। ऐसा कदी नहीं हो सकदा विचार कुछ होर होण ते जीवन कुछ होर होवे, क्योंकि विचारां दे मुताबिक ही मनुख दे जीवन ने तुरना है। तो गुरुदेव पिता महाराज जी दे पावन बचन विचारन तो पहला आओ सारी संगत नूं निमरता सहित बेनती रल के एक बार इन्हां तुकां दा पाठ करो, फिर आपां विचारां दी सांझ पाउने। सारी संगत हाजरी लवाओ जी। ए मन गह्यो ना जाई संतो, ए मन गह्यो ना जाई, ए मन गह्यो ना जाई संतो, ए मन गह्यो ना जाई। सासंग जी कठ बहुत है, पर बाणी पढ़न लग्या आवाज नहीं निकल रही। एक बेनती कर हाथ जोड़ के, गुरु नौवें पातशाह का वाक है, माड़ा काम कर लग्या संगना चाहिए ते चंगा काम कर लग्या कदी भी संग नहीं आनी चाहिए। पाप करत सुखचियो नहीं। जदों पाप करना कोई गुनाह करना तो उदों संकोच करो, संग आवे बंदे नूं। पर जदों चंगा काम करना उदों संग बिल्कुल नहीं होनी चाहिए। पर साडा काम हुंदा उल्ट। विआहां शादियां ते जिन्हों नहीं भी नचना आउंदा उन्होंने भी बांह फड़ के खिंच लिआउंदे आ। घर रिश्तेदार आया होवे, ठेके तो बोतल लैन लग्या संग आई। मैं कल प्रभात फेरी तुरिया फिरदा सी, कल मैं नगर कीर्तन तुरिया फिरदा सी, अज मैं ठेके ते तुरिया फिरदा। वो मैनू को कहेगा आ की काम करदा पिया। मैनू ठेके तो बोतल खरीदण लग्या, मैनू कोई विआह शादी ते नचण लग्या संग नहीं आउंदी। बाणी पढ़न लगदा, पाठ कर लगदा ते मैनू बोलो सारे संग आउंदी है। मेरी बेनती है हाथ जोड़ के, जेदा मूँह घट हिले ना बाणी पढ़ लगे हैं उहदे ते कैमरा 10-15 मिनट वीर गुरजंट सिंह नूं बेनती है वध खिलारना है। साडे लाइव कर रहे हैं ना वीर, जिवें विआहां शादियां ते नहीं हुंदा। वो लोग मूवी अजकल क्यों बनाते हैं, क्योंकि बंदा खा के मुकर जाता। कई बार भी जो मेरी वारी आई पकौड़े तो मुक गए सी, पनीर वाले गुलाब जामुन तो मेरे वेले है ही नहीं सी। वो कैमरे वाला फुफड़ दे प्लेट ते, मामे दी प्लेट ते, ताए दी प्लेट ते जूम करके रखता, खिलार के फिरार के आंदा तू किसी होर दी भी मूवी बना ला, सारियां मेरियां बनाई जानियां फोटोआं तू। ये भी मैं समझदा इदां होना चाहिए भी कल्ले कल्ले दी फोटो इदां विच रखो भी जदों बाणी पढ़ी जाए जिहदा मूँह नहीं हिलदा उदों जो रिश्तेदार वेखण इंटरनेट ते वो कहण जदों सारे बाणी पढ़ रहे सी तैनूं बाणी कौड़ी लगदी सी भाई, तू भी पाठ करदा। आओ सारे एक बार खुल के बाणी पढ़ो तो तुहाडी आवाज़ इस मैक राहीं बाहर जानी चाहिए है, खुल के। ए मन गह्यो ना जाई संतो, ए मन गह्यो ना जाई, ए मन गह्यो न जाई संतो, ए मन गह्यो न जाई, ए मन गह्यो न जाई संतो, ए मन गह्यो न जाई। वाह वाह। चंचल तृष्णा संग बस्त है, चंचल तृष्णा संग बस्त है, जाते थिर न रहाई संतो, ए मन गह्यो न जाई, ए मन गह्यो न जाई संतो, ए मन गह्यो न जाई। वाह वाह। कठिन क्रोध घट ही के भीतर, कठिन क्रोध घट ही के भीतर,
जे सुध सब बिसराई संतो ए मन गयो न जाई, ए मन गयो न जाई संतो ए मन गयो न जाई। वाह वाह। रतन ज्ञान सबको हेर लीना, रतन ज्ञान सबको हेर लीना, तास्यो कस न बसाई संतो ए मन गयो न जाई, ए मन गयो न जाई संतो ए मन गयो न जाई। जोगी जतन करत सब हारे, जोगी जतन करत सब हारे। वाह वाह। गुनी रहे गुण गाई संतो ए मन गयो न जाई, ए मन गयो न जाई संतो ए मन गयो न जाई। जन नानक हर भय दयाला, जन नानक हर भय दयाला। वाह वाह। तो सब बिद बन आई संतो ए मन गयो न जाई, ए मन गयो न जाई संतो ए मन गयो न जाई। वाह वाह। किड़ा कमाल का बचन है। गुरु नौवें पातशाह धन गुरु तेग बहादुर महाराज जी की रसना तो उचारण किया होया। देखो सारी खेड मनती है, बंदा घर भी बना लेंदा है, गड्डियां भी खरीद लेंदा है, जमीन जायदाद का मालक भी बन जाता है, कच्चियां घरां तो पक्कियां घरां तक भी आ गए, मंजियां तो बैडां तक आ गए, पोचियां तो लैके टाइलां मार्बलां तक आ गए। शरीर की सहूलत लई बंदे ने हर एक प्रबंध कर लिया, पर अज मन वाल वेखो, मन फिर भी किते ना किते बेचैन है। आवाज आ रहा है, देखो शब्द कितना प्यारा है, संतो ए मन गयो। इनू फड़ना गयो, गयो नहीं पढ़ना, गयो। गयो का अर्थ होंदा फड़ना, गयो का अर्थ होंदा जाना। तू किथे गया सी, इनू पढ़ना गयो। ए मन गयो ना जाई, ए मन फड़िया नहीं जाता। हुण तुसीं इत्थे बैठे हो, मन नूं भावें घर घाल दो, क्यों साध संगत? तुसीं इत्थे बैठे जे, मन नूं भावें अपने घर भेज दो। बच्चा क्लास च बैठा, मन उहदा किते होर हुंदा, टीचर जजमेंट कर दिंदा तेरा काका पढ़ाई च ध्यान। बोलो जी साध संगत जी, एक मेरी बेनती, हंगारा भरना पैना तुहानूं, मैं कल्ले कथा नहीं करनी। हंगारा भरोगे तो गल तुसीं, पुराना समा हुंदा सी ना, बजुर्ग अपने पोतरिਆਂ ਨੂੰ कोई बात सुणाउंदे हुंदे सी कहानी, तो जदों हंगारा देई जाना तो दादे नूं पता लगदा सी कि मेरा पोतरा जागदा। अजकल पोतरिਆਂ को दादियां को बहन लई टाइम है नहीं। अज वो पुराना परिवार को बहुत, मैं कहना वो अमीर परिवार है जिथे दादा ते पोतरा इके मंजे ते बैठे ने। वो अमीर परिवार है जिथे नौं ते सस एक मंजे ते बह के परिवार नूं अगे लिजाण दीआं सलाहां करदे ने। वो अमीर है। अमीरी पैसे नाल नहीं हुंदी, अमीरी तुहाडे एक दूजे दे दुख सुख पुछण नाल वंडण नाल हुंदी है। जिथे पति पत्नी बैठ के चाह दा कप पी रहे होण ते अपने परिवार नूं अगे लिजाण लई तरक्की दीआं गल्लां कर रहे होण,
ਉਹ ਅਮੀਰ ਪਰਿਵਾਰ ਹੈ। ਜਿੱਥੇ ਮਾਂ ਬਾਪ ਆਪਣੇ ਬੱਚਿਆਂ ਨਾਲ ਬੈਠ ਕੇ ਇਹ ਗੱਲਾਂ ਕਰਦੇ ਹੁਣ, ਤਾਏ ਨੇ ਇੱਥੇ ਪਰਉਪਕਾਰ ਕੀਤਾ, ਚਾਚੇ ਨੇ ਸਾਡੇ ਤੇ ਆਹ ਪਰਉਪਕਾਰ ਕੀਤਾ, ਦਾਦਾ ਜੀ ਨੇ ਸਾਡੇ ਤੇ ਆਹ ਪਰਉਪਕਾਰ ਕੀਤਾ, ਫਲਾਣੇ ਰਿਸ਼ਤੇਦਾਰ ਨੇ ਸਾਡੇ ਤੇ ਆਹ ਪਰਉਪਕਾਰ ਕੀਤਾ, ਇਹਦਾ ਮਤਲਬ ਤੁਸੀਂ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਰਹੇ ਹੋ। ਤੇ ਜੇ ਬੱਚਿਆਂ 'ਚ ਬਹਿ ਕੇ ਇਹ ਕਹਿ ਰਹੇ ਹੋ ਫਲਾਣਾ ਰਿਸ਼ਤੇਦਾਰ ਇੱਥੇ ਮਾੜਾ, ਫਲਾਣਾ ਰਿਸ਼ਤੇਦਾਰ ਇੱਥੇ ਮਾੜਾ, ਫਲਾਣੇ ਨੇ ਆਹ ਖਾ ਲਿਆ, ਫਲਾਣੇ ਨੇ ਉਹ ਖਾ ਲਿਆ, ਤੇ ਉੱਦਾਂ ਕਹੋ ਜੀ ਮੈਂ ਤਾਂ 3 ਬਾਣੀਆਂ 5 ਬਾਣੀਆਂ 4 ਬਾਣੀਆਂ ਰੋਜ਼ ਪੜ੍ਹਦਾ, ਇੰਨੇ ਵਜੇ ਉੱਠਦਾ, ਪੜ੍ਹੀ ਜੋ ਮਰਜ਼ੀ ਜਾ, ਪਰ ਬੱਚਿਆਂ 'ਤੇ ਜ਼ਹਿਰ ਪਾਈ ਜਾਣਾ ਨਾ। ਬਾਣੀ ਕਿੰਨੀ ਪੜ੍ਹਦਾ ਹੈ ਇਹ ਤੇਰਾ ਆਪਣਾ ਨਿੱਜੀ ਜੀਵਨ ਹੈ, ਤੂੰ ਸਮਾਜ ਵਿੱਚ ਰਹਿਣਾ ਕਿੰਨੇ ਆ ਇਹ ਵੇਖਿਆ ਜਾਣਾ। ਹੁਣ ਮਨ ਦੀ ਜਿਹੜੀ ਚਰਚਾ ਕੀਤੀ ਗੁਰੂ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ, ਇੱਥੇ ਪਹਿਲਾ ਸ਼ਬਦ ਵਰਤਿਆ ਸਾਧੋ। ਧਿਆਨ ਨਾਲ ਸੁਣਿਓ ਗੱਲ। ਸਮਾਜ ਵਿੱਚ ਸਾਧ ਕਿਹਨੂੰ ਕਹਿੰਦੇ ਨੇ ਭਲਾ? ਦੁਨੀਆ ਵਿੱਚ ਜਿਹੜੇ ਬੰਦੇ ਨੇ 5 ਵਕਾਰ ਆਪਣੇ ਕੰਟਰੋਲ 'ਚ ਕੀਤੇ ਹੋਣ। ਕਿਉਂ ਸਾਧ ਸੰਗਤ ਜੀ? ਫਲਾਣਾ ਸਾਧੂ ਹੈ, ਭੁੱਗਿਆ ਹੋਇਆ, ਇੱਦਾਂ ਕਹਿੰਦੇ ਆਪਾਂ। ਬੋਲੋ ਸਾਧ ਸੰਗਤ ਜੀ। ਮੈਂ ਪਹਿਲਾਂ ਹੁਣੇ ਕਹਿ ਕੇ ਹੰਗਾਰਾ ਦੇਣਾ ਪੈਣਾ ਤੁਹਾਨੂੰ। ਜੇ ਤੁਸੀਂ ਹੰਗਾਰਾ ਨਹੀਂ, ਇਹ ਥੋੜ੍ਹਾ ਵੀ ਮੈਂ ਇਕੱਲਾ ਬੋਲੀ ਜਾਵਾਂਗਾ, ਨਾਲ ਤੁਹਾਨੂੰ ਵੀ ਬੋਲਣਾ ਪੈਣਾ ਥੋੜ੍ਹਾ ਥੋੜ੍ਹਾ। ਹੁਣ ਸਮਾਜ ਵਿੱਚ ਸਾਧੂ ਕਿਹਨੂੰ ਕਹਿੰਦੇ ਨੇ? ਜਿਹਦਾ ਮਨ ਕੰਟਰੋਲ 'ਚ ਹੋਵੇ, ਇੱਦਾਂ ਕਹਿੰਦੇ। ਤਾਂ ਹੀ ਲੋਕ ਆਪਣੀਆਂ ਦੁੱਖ ਤਕਲੀਫਾਂ ਲੈ ਕੇ ਜਾਂਦੇ ਆ ਵੀ ਮੇਰਾ ਪੁੱਤ ਨਹੀਂ ਆਖੇ ਲੱਗਦਾ, ਸਾਡਾ ਕਾਰੋਬਾਰ ਸੈੱਟ ਨਹੀਂ, ਸਾਡੇ ਤੇ ਝਗੜੇ ਬੜੇ ਨੇ, ਅਸੀਂ ਪਰੇਸ਼ਾਨ ਰਹਿੰਦੇ ਹਾਂ, ਤੁਸੀਂ ਤੇ ਸਾਧੂ ਹੋ, ਤੁਸੀਂ ਤੇ ਮਹਾਤਮਾ ਹੋ, ਤੁਸੀਂ ਤੇ 5 ਵਕਾਰਾਂ ਨੂੰ ਕੰਟਰੋਲ 'ਚ ਕੀਤਾ ਹੈ। ਇੱਦਾਂ ਹੀ ਆ ਨਾ। ਸਾਧੂ ਉਹਨੂੰ ਕਹਿੰਦੇ। ਪਰ ਇੱਥੇ ਗੁਰੂ 9ਵੇਂ ਪਾਤਸ਼ਾਹ ਜੀ ਕੀ ਕਹਿੰਦੇ ਨੇ? ਸਾਧੋ ਇਹ ਮਨ ਗਹਿਓ ਨਾ ਜਾਈ। ਕਿਸੇ ਅਸਾਧ ਨੂੰ ਕਹਿਣ, ਕਿਸੇ ਅਸੰਤ ਨੂੰ ਕਹਿਣ, ਕਿਸੇ ਬੇਮੁਖ ਨੂੰ ਕਹਿਣ ਵੀ ਇਹ ਮਨ ਨਹੀਂ ਫੜਿਆ ਜਾਣਾ ਤੇ ਗੱਲ ਫੱਬਦੀ ਹੈ। ਸ਼ਬਦ ਸਾਧ ਵਰਤਿਆ ਇੱਥੇ ਮਹਾਰਾਜ ਨੇ। ਸਮਝ ਆਈ ਕੁਝ? ਤੁਹਾਡੇ ਤੋਂ ਕਈ ਗ੍ਰੰਥੀ ਸਿੰਘ, ਪਾਠੀ ਸਿੰਘ ਬੈਠੇ ਹੋਣੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪ ਪੜ੍ਹੀ ਹੋਏਗੀ। ਇਹ ਗੱਲ ਉਹਨੂੰ ਕਹਿਣ ਜਿਹੜਾ ਮਨਮੁਖ ਹੈ, ਬੇਮੁਖ ਹੈ, ਤੇ ਗੱਲ ਫੱਬਦੀ ਹੈ ਵੀ ਬੇਮੁਖ ਨੂੰ ਕਹਿੰਦੇ ਨੇ ਮਨ ਫੜਿਆ ਨਹੀਂ ਜਾਣਾ। ਪਰ ਕਹਿ ਕਿਹਨੂੰ ਰਹੇ ਨੇ? ਸਾਧ ਨੂੰ। ਸਾਧੋ ਇਹ ਮਨ ਗਹਿਓ ਨਾ ਜਾਈ। ਇਹ ਸਾਧ ਸ਼ਬਦ ਕਿਉਂ ਵਰਤਿਆ? ਕਿਉਂਕਿ ਫਰਕ ਹੈ ਇੱਥੇ। ਸਾਧ ਬਣਨਾ ਹੋਰ ਗੱਲ ਹੈ, ਸਾਧ ਅਖਵਾਉਣਾ ਹੋਰ ਗੱਲ ਹੈ। ਸਾਧ ਅਖਵਾਉਣ ਨੂੰ ਕੀ ਹੈ? ਬੰਦਾ ਗੱਡੀ ਤੇ ਲਿਖਾ ਦੇਵੇ ਸਾਧੂ ਫਲਾਣਾ ਫਲਾਣਾ ਇੰਨਾ, ਤੇ ਬਣਨ ਵਾਸਤੇ ਜੀਵਨ ਚਾਹੀਦਾ। ਉਹ ਸਾਧ ਮਾਂ ਵੀ ਹੋ ਸਕਦੀ ਹੈ, ਉਹ ਸਾਧ ਪਤਨੀ ਵੀ ਹੋ ਸਕਦੀ ਹੈ, ਉਹ ਤੁਹਾਡੀ ਧੀ ਵੀ ਹੋ ਸਕਦੀ ਹੈ, ਤੁਹਾਡਾ ਪੁੱਤ ਵੀ ਹੋ ਸਕਦਾ। ਕਈ ਪੁੱਛਦੇ ਜੀ ਬਾਣੀ ਸੰਤਾਂ ਨੂੰ ਮੰਨਦੀ? ਮੈਂ ਕਿਹਾ ਹਾਂਜੀ, ਬਾਣੀ ਬਣਾਉਂਦੀ ਸੰਤ ਹੈ, ਪਰ ਉਹ ਮਾਂ ਵੀ ਸੰਤ ਹੋ ਸਕਦੀ ਹੈ, ਧੀ ਵੀ ਸੰਤ ਹੋ ਸਕਦੀ ਹੈ। ਧਰਤੀ ਦੀ ਹਿੱਕ ਪੁੱਟ ਕੇ ਅਨਾਜ ਪੈਦਾ ਕਰਨ ਵਾਲਾ ਕਿਸਾਨ ਵੀ ਸੰਤ ਹੋ ਸਕਦਾ। ਤੇ ਵੇਖਿਆ ਇਸ ਅੰਦੋਲਨ 'ਚ ਅੱਖਾਂ ਨਾਲ ਵੇਖਿਆ, ਆਪਣੇ ਅੱਖਾਂ ਨਾਲ। ਜਦੋਂ ਅਸੀਂ 26 ਨਵੰਬਰ ਨੂੰ ਸਿੰਘੂ ਬਾਰਡਰ ਤੇ ਆਏ ਸੀ, ਅੱਖਾਂ ਨਾਲ ਵੇਖਿਆ ਕਿ ਤੁਹਾਡੇ ਤੋਂ ਥੋੜੀ ਦੂਰ ਰਹਿਣ ਵਾਲੇ ਇੱਕ ਲੜਕੀ ਤੇ ਲੜਕਾ ਜਦੋਂ ਉੱਥੇ ਪੜ੍ਹਨ ਵਾਸਤੇ ਗਏ ਸੀ, ਉਹ ਕਿਸੇ ਘਰ ਮਕਾਨ ਕਮਰੇ ਤੇ ਕਮਰਾ ਲੈ ਕੇ ਕਿਸੇ ਘਰ ਵਿੱਚ ਕਿਰਾਏ ਤੇ ਰਹਿ ਰਹੇ ਸੀ। ਜਦੋਂ ਟਰਾਲੀਆਂ ਪਹਿਲੇ ਦਿਨ ਸਿੰਘੂ ਬਾਰਡਰ ਆਈਆਂ, ਇਹ 26 ਨਵੰਬਰ ਦੀ ਗੱਲ ਹੈ 2000 ਪਿਛਲੇ, ਮੈਂ 20 ਦੀ ਗੱਲ ਦੱਸ ਰਿਹਾ। ਜਦੋਂ ਟਰਾਲੀਆਂ ਆਈਆਂ ਤੇ ਇੱਕ ਲੜਕੀ ਤੇ ਲੜਕੇ ਨੇ ਵੇਖਿਆ ਕਿ ਬਜ਼ੁਰਗ ਬਾਪੂ ਟਰਾਲੀਆਂ ਲਾ ਕੇ ਖਲੋਤੇ ਨੇ, ਕਿਉਂਕਿ ਪਹਿਲੇ 2-3 ਦਿਨ ਚਾਹ ਮੁੱਲ ਲੈ ਕੇ ਪੀਣੀ ਪਈ, ਲੰਗਰ ਬਾਅਦ ਵਿੱਚ ਲੱਗੇ ਨੇ। ਜਦੋਂ ਅਸੀਂ ਪਹਿਲੇ ਦਿਨ ਆਏ ਆ, ਉੱਥੇ ਲਾਗੇ ਢਾਬਿਆਂ ਤੋਂ ਜਿਹੜੇ ਨਿੱਕੀਆਂ ਦੁਕਾਨਾਂ ਸੀ, ਉੱਥੋਂ ਚਾਹ ਮੁੱਲ ਲੈ ਕੇ ਪੀਤੀ। ਬਾਅਦ ਫਿਰ ਲੰਗਰ ਲੱਗੇ ਬਹੁਤ ਜ਼ਿਆਦਾ, ਫਿਰ ਹਰ ਤਰ੍ਹਾਂ ਦੇ ਹਰ ਵਰਗ ਨੇ ਸਹਿਯੋਗ ਦਿੱਤਾ। ਉੱਥੇ ਇੱਕ ਲੜਕੀ ਤੇ ਲੜਕਾ ਜਿਹੜੇ ਸਟੂਡੈਂਟ ਸੀ, ਯੂਪੀ ਦੇ ਰਹਿਣ ਵਾਲੇ ਸਨ, ਉਹਨਾਂ ਘਰੋਂ ਚਾਹ ਬਣਾਉਂਦੀ ਜੱਗ ਇੱਕ ਬਣਾ ਕੇ ਲੈ ਕੇ ਆਏ, ਤੇ ਲੜਕੀ ਨੇ ਹੱਥ ਵਿੱਚ ਜੱਗ ਫੜਿਆ ਚਾਹ ਦਾ। ਉਹ ਪੂਰੀ ਵੀਡੀਓ ਵੀ ਬਣੀ, ਇੰਟਰਨੈਟ ਤੇ ਪਈ ਹੋਈ ਹੈ। ਤੇ ਉਹ ਨੌਜਵਾਨ ਬਜ਼ੁਰਗ ਨੂੰ ਤੇ ਜਿਹੜੇ ਨਾਲ ਕਿਸਾਨ ਟਰਾਲੀਆਂ 'ਚ ਬੈਠੇ ਨੇ ਉਹਨੂੰ ਚਾਹ ਪਿਆ ਰਹੇ ਨੇ। ਤੇ ਸਾਡਾ ਕਲਚਰ ਹੈ ਸਾਡਿਆਂ ਬਜ਼ੁਰਗਾਂ ਦਾ ਕਿ ਬੱਚਿਆਂ ਨੂੰ ਪਿਆਰ ਦੇਣਾ। ਬਾਪੂ ਨੇ ਜੇਬ 'ਚ ਹੱਥ ਪਾਇਆ, ਪੈਸੇ ਕੱਢੇ ਕੁਝ,
ਤੇ ਧੀ ਨੂੰ ਕਹਿਣ ਲੱਗੇ ਪੁੱਤ ਆ ਲੈ ਪੈਸੇ, ਤੂੰ ਚਾਹ ਬਣਾ ਕੇ ਲੈ ਕੇ ਆਈ ਹੈ। ਕਿੱਥੋਂ ਦੀ ਰਹਿਣ ਵਾਲੀ ਹੈ ਧੀਏ? ਉਹ ਧੀ ਨੇ ਕਿਹਾ ਮੈਂ ਬਾਪੂ ਯੂਪੀ ਦੀ ਰਹਿਣ ਵਾਲੀ ਹੈ। ਆ ਲੈ ਧੀਏ ਪੈਸੇ, ਤੂੰ ਮੁੱਲ ਲੈ ਕੇ ਆਈ ਹੈ, ਰਹਿਣ ਵਾਲੀ ਯੂਪੀ ਦੀ। ਇੱਥੇ ਕਿੱਦਾਂ ਅਸੀਂ ਸਟੂਡੈਂਟ ਆ ਬਾਪੂ, ਕਿਰਾਏ ਤੇ ਕਮਰਾ ਲੈ ਕੇ ਪੜ੍ਹਦੇ ਆ। ਉਸ ਧੀ ਨੇ ਇੱਕ ਗੱਲ ਬੋਲੀ ਬੜੀ ਪਿਆਰੀ, ਉਹ ਕਹਿੰਦੀ ਬਾਪੂ ਜੀ ਮੈਨੂੰ ਪੈਸੇ ਨਹੀਂ ਚਾਹੀਦੇ, ਅਸੀਂ ਦੋਨੋਂ ਭੈਣ ਭਰਾ ਇੱਥੇ ਪੜ੍ਹਨ ਲਈ ਆਏ ਆ, ਮੇਰੇ ਸਿਰ ਤੇ ਹੱਥ ਰੱਖ ਦਿਓ, ਮੈਨੂੰ ਵਿਦਿਆ ਦੀ ਦਾਤ ਮੇਰਾ ਮਾਲਕ ਅਕਾਲ ਪੁਰਖ ਬਖਸ਼ਿਸ਼ ਕਰੇ। ਅੱਡੀਆਂ ਪਾਟੀਆਂ ਨੇ, ਹੱਥਾਂ 'ਚ ਛੇਕ ਹੋਏ ਨੇ, ਖੇਤਾਂ 'ਚ ਕੰਮ ਕਰਨ ਵਾਲੇ ਉਸ ਬਜ਼ੁਰਗ ਬਾਪੂ ਦੇ। ਤੇ ਧੀ ਕਹਿੰਦੀ ਹੈ ਬਾਪੂ ਮੇਰੇ ਸਿਰ ਤੇ ਹੱਥ ਰੱਖ ਦੇ। ਧੀ ਕੀ ਕਹਿੰਦੀ ਹੈ? ਉੱਚੀ ਬੋਲੋ। ਉਸ ਧੀ ਨੂੰ ਉਸ ਬਾਪੂ 'ਚੋਂ ਸੰਤ ਦਿਸ ਪਿਆ। ਤੇ ਸਾਡੇ ਲੋਕ ਆਪਣੇ ਸਿਰਾਂ ਤੇ ਹੱਥ ਕਿਹਨਾਂ ਕੋਲੋਂ ਰਖਾਉਂਦੇ ਨੇ? ਉੱਚੀ ਹੁਣ ਤੁਸੀਂ ਬੋਲੋ ਫਿਰ ਦੁਬਾਰਾ। ਗਲਤੀ ਤੁਸੀਂ ਕਰ ਬੈਠੇ ਮੈਨੂੰ ਸੱਦਣ ਵਾਲੀ, ਹੁਣ ਦੁਬਾਰਾ ਸ਼ਾਇਦ ਨਾ ਕਰੋ। ਕਮੇਟੀ ਨੂੰ ਜਾਣ ਲੱਗਿਆ ਲਿਖ ਕੇ ਦੇ ਜਿਓ ਵੀ ਇਹ ਬੰਦਾ ਸਾਡੀ ਜੂਝ ਨਹੀਂ ਆਉਣਾ ਚਾਹੀਦਾ, ਕਿਉਂਕਿ ਮੇਰੀਆਂ ਗੱਲਾਂ ਸਿੱਧੀਆਂ ਤੇ ਸਪਾਟ ਹੁੰਦੀਆਂ ਨੇ। ਹੁਣ ਧਿਆਨ ਨਾਲ ਸੁਣਿਓ ਮੇਰੀ ਗੱਲ। ਉਸ ਧੀ ਨੂੰ ਇੱਕ ਬਜ਼ੁਰਗ ਬਾਪੂ ਦੀ ਧਰਤੀ ਦੀ ਹਿੱਕ ਪਾੜ ਕੇ ਅਨਾਜ ਪੈਦਾ ਕਰਨ ਵਾਲੇ ਕਿਸਾਨ ਚੋਂ ਸੰਤ ਦਿਸ ਪਿਆ। ਸਾਨੂੰ ਕਿਹਤੋਂ ਦਿਸਦਾ? ਜਿਹੜਾ ਪਾਣੀ ਦਾ ਘੁੱਟ ਵੀ ਆਪਣੇ ਹੱਥੀਂ ਆਪ ਨਾ ਪੀ ਸਕੇ, ਜਿਹਦੇ ਨਾਲ ਗੜਵਈ ਹੋਵੇ, ਜਿਹਦੇ ਨਾਲ ਤੌਲੀਆ ਚੁੱਕਣ ਵਾਲਾ ਹੋਵੇ, ਜਿਹੜੀ ਗੱਡੀ ਦੀ ਬਾਰੀ ਖੋਲਣ ਵਾਲਾ ਕੋਈ ਹੋਰ ਹੋਵੇ, ਤੇ ਜਿਹਦੀ ਸੀਟ ਤੇ ਕੱਪੜਾ ਵਿਛਾਉਣ ਵਾਲਾ ਕੋਈ ਹੋਰ ਹੋਵੇ। ਧੀ ਸਿਆਣੀ ਹੋਈ ਕਿ ਆਪਾਂ ਸਿਆਣੇ ਹੋਏ? ਮੈਨੂੰ ਪਤਾ ਤੁਹਾਡੇ 'ਚ ਕੋਈ ਇਦਾਂ ਦਾ ਨਹੀਂ ਬੈਠਾ ਹੋਣਾ, ਪਰ ਅੱਜ ਸਾਡੇ ਸਮਾਜ 'ਚ ਕੀ ਹੁੰਦਾ? ਬਾਬਾ ਜੀ ਆ ਗਏ, ਬਾਬਾ ਜੀ ਆ ਗਏ, ਬਾਬਾ ਜੀ ਆ ਗਏ, ਪੁੱਗੇ ਬਾਬਾ ਜੀ ਸਿਰ ਤੇ ਹੱਥ ਰੱਖੋ। ਹੱਥ ਰਖਾਉਣਾ ਤੇ ਉਸ ਬਜ਼ੁਰਗ ਦਾ ਰਖਾਓ ਜਿਹੜਾ 10 ਮੱਝਾਂ ਨੂੰ ਪੱਠੇ ਪਾਉਂਦਾ ਹੈ। ਹੱਥ ਰਖਾਉਣਾ ਤੇ ਉਸ ਮਾਂ ਦਾ ਰਖਾਓ ਜਿਹਨੇ ਮਜ਼ਦੂਰਾਂ ਦੀਆਂ ਰੋਟੀਆਂ ਪਕਾ ਪਕਾ ਕੇ ਤੁਹਾਨੂੰ 5 ਕਿੱਲਿਆਂ ਤੋਂ 50 ਕਿੱਲਿਆਂ ਦੇ ਮਾਲਕ ਬਣਾਇਆ। ਸਾਡੀ ਤੇ ਏਡੀ ਭੇੜ ਚਾਲ ਹੈ, ਅਸੀਂ ਗੱਡੀ ਨਵੀਂ ਲੈ ਕੇ ਆਉਂਦੇ ਆ, ਬਾਬਿਆਂ ਦੇ ਡੇਰੇ ਲੈ ਕੇ ਬਾਬਾ ਜੀ ਚਰਨ ਪਾਓ ਸਾਡੀ ਗੱਡੀ ਪਵਿੱਤਰ ਕਰੋ। ਉਹ ਬਾਪੂ ਪਿੱਛੇ ਬੈਠਾ ਜਾਨ ਨੂੰ ਰੋਂਦਾ ਸਾਰੇ ਟੱਬਰ ਦੇ, ਮੇਰੇ 4 ਪੁੱਤ, ਮੈਨੂੰ ਨਹੀਂ ਕਿਸੇ ਨੇ ਕਿਹਾ ਬਾਪੂ ਤੂੰ ਚਰਨ ਪਾ ਤੇ ਗੱਡੀ ਪਵਿੱਤਰ ਕਰ। ਵੇਲੜ ਬਾਬੇ ਨੂੰ ਕਹਿੰਦੇ ਤੂੰ ਚਰਨ ਪਾ ਸਾਡੀ ਗੱਡੀ ਪਵਿੱਤਰ ਕਰ ਦੇ। ਮੈਂ ਪਹਿਲਾਂ ਕਹਿਤਾ ਤੁਸੀਂ ਗਲਤੀ ਕੀਤੀ, ਭੁਗਤੋ ਸਜ਼ਾ। ਹੁਣ ਦੱਸ ਦੋ ਤੇ ਗਲਤ ਹੈ ਤੇ ਚਲੋ ਸ਼ੁਕਰ ਹੈ ਜੀ, ਇੱਕ ਆਵਾਜ਼ ਆਈ, ਆਵਾਜ਼ ਹੀ ਦੇ ਦਿਆ ਕਰੋ ਵੀ ਸਹੀ ਹੈ। 100% ਸਹੀ ਹੈ ਜੀ। ਇਹ ਕਿਸਾਨੀ ਅੰਦੋਲਨ ਨੇ ਦੱਸ ਦਿੱਤਾ ਸੰਤ ਕੌਣ ਹੈ। 1 ਸਾਲ ਤੋਂ ਡਟੇ ਹੋਏ ਨੇ ਬਜ਼ੁਰਗ ਉੱਥੇ। ਸਰਕਾਰਾਂ ਦੇ ਲਿਖੇ ਹੋਏ ਕਾਨੂੰਨ ਵਾਪਸ ਲੈਣੇ, ਕੋਈ ਪੰਜਾਬੀ ਦਾ ਸ਼ਬਦ ਹੈ ਖਾਲਾ ਦਾ ਵਾੜਾ ਨਹੀਂ, ਪਰ ਲਿਖੇ ਹੋਏ ਕਾਨੂੰਨ ਤੇ ਉਹਦਾ PM ਦਾ ਮੂੰਹ ਵੇਖਣ ਵਾਲਾ ਸੀ ਉਦੋਂ 19 ਨਵੰਬਰ ਨੂੰ, ਜਦੋਂ ਉਹਨੇ ਆਖਿਆ ਸੀ ਮੈਂ ਖਿਮਾ। ਔਖਰੀ ਗੱਲ ਹੈ ਕਿ ਉਹਨੂੰ ਵੀ BJP ਦਾ ਵਿਰੋਧ ਝੱਲਣਾ ਪਿਆ। ਉਹਦੀਆਂ ਵੀ ਫੋਟੋਆਂ ਉਹਦੇ ਵਰਕਰਾਂ ਨੇ ਦਫ਼ਤਰਾਂ 'ਚ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕੰਗਣਾ ਵਰਗੀਆਂ ਨੂੰ U-turn ਮਾਰਨਾ ਪਿਆ ਕਿਉਂਕਿ ਇੰਦਰਾ ਗਾਂਧੀ ਦੀ ਫਿਲਮ ਜੋ ਬਣਾ ਰਹੀ ਹੈ। ਪਰ ਇਹ ਕੀਤਾ ਤਖਤ ਹਾਲਾਤ ਤੇ ਸਾਡੇ ਬਜ਼ੁਰਗਾਂ ਨੇ, ਜਿਨ੍ਹਾਂ ਮਾਵਾਂ ਨੂੰ ਕੰਗਣਾ ਰਣੌਤ ਆਉਂਦੀ ਸੀ 100-100 ਰੁਪਏ ਤੇ ਦਿਹਾੜੀ ਲਿਆਂਦੀਆਂ ਹੋਈਆਂ ਔਰਤਾਂ ਨੇ। ਜਿਨ੍ਹਾਂ ਔਰਤਾਂ ਬਾਰੇ ਕਿਹਾ ਉਹਨਾਂ ਔਰਤਾਂ ਨੇ ਦੱਸ ਦਿੱਤਾ, ਲਗਾਤਾਰ ਉਸ ਅੰਦੋਲਨ ਦੇ ਵਿੱਚ ਦਿਨ ਰਾਤ ਇੱਕ ਕਰ ਦਿੱਤਾ ਕਿ ਐਦਾਂ ਅੰਦੋਲਨ ਜਿੱਤੇ ਜਾਂਦੇ ਨੇ। ਕਿਸੇ ਦਾ ਨੁਕਸਾਨ ਕੋਈ ਨਹੀਂ ਕੀਤਾ, ਪਿਆਰ ਮੁਹੱਬਤ ਵੰਡੀ। ਸਾਡਾ ਗੁਰੂ ਸਿਖਾ ਗਿਆ ਸਾਨੂੰ ਹੱਕਾਂ ਨਾਲ ਕਿੱਦਾਂ ਲੜਨਾ ਹੈ। ਜਿਸ ਮਹਾਨ ਸਤਿਗੁਰ ਦੀ ਸ਼ਹਾਦਤ ਦਾ ਦਿਨ ਮਨਾ ਰਹੇ ਹੋ, ਗੁਰੂ ਤੇਗ ਬਹਾਦਰ ਸਾਹਿਬ ਤੋਂ ਲੈ ਕੇ ਬਾਬਾ ਫਤਿਹ ਸਿੰਘ ਤੱਕ, ਦਾਦਾ ਵੀ ਸ਼ਹਾਦਤ ਦਾ ਜਾਮ ਪੀਵੇ ਤੇ ਪੋਤਰੇ ਵੀ ਸ਼ਹਾਦਤ ਦਾ ਜਾਮ ਪੀਣ। ਕਦੀ ਭਾਗਾਂ ਵਾਲਿਓ ਸੋਚ ਕੇ ਵੇਖਿਓ, ਇੱਕ ਵਾਰ ਸਰੀਰ ਲੂਈ ਕੰਡੇ ਹੋ ਜਾਂਦਾ ਹੈ कि जिसे अल्लाह यार खां जोगी कहने लिए मजबूर हो गया, एक हिंद में तीर्थ है यात्रा के लिए जहां बाप ने बच्चे कटाए खुदा के लिए। अंदर दुनिया ते इस भारत देश विच किते तीर्थ स्थानां दी कमी है?
पर जे को तीर्थ स्थान है तो सच्ची पूजन योग है, सिर झुकाउण योग है। जाओ अपने बच्चों सरहंद लैके, जाओ अपने बच्चों चमकौर साहब लैके। ये वो जहां है जहां 40 तन शहीद हुए। लोग आंदे इन्हां दे सिरां ते दस्तारां बंदियां, वो इन्हां नूं लोग सरदार क्यों कहंदे ने? अल्लाह यार खान जो कहंदा मैनूं पुछो क्यों कहंदे ने? वो कहंदा ये वो जहां है, जहां कहंदा जगह नूं जहां 40 तन शहीद हुए, खिताबे सरवरी सिंहों ने सर कटा के लिए। जे अज इन्हां नूं कोई सरदार कहंदा, वो इन्हां ने सिर देण तो किसी घबराहट नहीं लियांदी अपने जीवन दे विच। ते सच है जंगां जित्तियां भी इदां जांदियां ने। ਜਿਹੜੇ ਨਫੇ ਨੁਕਸਾਨ ਵੱਲ ਵੇਖਣਾ ਉਹ ਨਹੀਂ ਜ਼ਿੰਦਗੀ 'ਚ ਕਦੀ ਕਾਮਯਾਬ ਹੋ ਸਕਦੇ। ਬੜੇ ਸੋਹਣੇ ਤਰੀਕੇ ਨਾਲ ਸੰਜਮ ਨਾਲ ਸਾਡਿਆਂ ਬਜ਼ੁਰਗਾਂ ਨੇ ਜਾਬਤੇ 'ਚ ਰਹਿ ਕੇ ਸਾਡੀ ਪੀੜ੍ਹੀ ਨੇ ਜਿਹੜੇ ਕਲੰਕ ਲੱਗੇ ਸੀ ਉਹ ਧੋਏ ਨੇ, ਤੇ ਖਮਿਆਜਾ ਹਰ ਜਗ੍ਹਾ ਭੁਗਤਣਾ ਪਿਆ। ਚਾਹੇ ਉਹ ਲਖੀਮਪੁਰ ਲਖੀਰੀ ਦੀ ਘਟਨਾ ਸੀ, ਜਿੱਥੋਂ ਦੇ ਨਛੱਤਰ ਸਿੰਘ, ਜਿੱਥੋਂ ਦੇ ਗੁਰਵਿੰਦਰ ਸਿੰਘ, ਦਲਜੀਤ ਸਿੰਘ, ਲਵਪ੍ਰੀਤ ਸਿੰਘ ਤੇ ਰਮਨ ਪੱਤਰਕਾਰ ਪਰਿਵਾਰਾਂ ਦੇ ਜਾਨਾਂ ਗਈਆਂ। ਇਹ ਅੰਦੋਲਨ ਉਹਨਾਂ ਮਹਾਨ ਲੋਕਾਂ ਦੇ ਸਿਰ ਤੇ ਜਿੱਤਿਆ ਗਿਆ ਜਿਨ੍ਹਾਂ ਨੇ ਆਪਣੇ ਜਿਗਰ ਦੇ ਟੋਟੇ ਵਾਰੇ ਨੇ ਇਸ ਅੰਦੋਲਨ ਤੋਂ, ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਜੀ ਵਾਰੇ ਨੇ, ਇਹ ਉਹਨਾਂ ਦੇ ਸਿਰ ਤੇ ਜਿੱਤਿਆ ਗਿਆ। ਇਹ ਉਹ ਜਿਹੜੀ ਬਖਸ਼ਿਸ਼ ਗੁਰੂ ਨੇ ਕੀਤੀ, ਰਹਿਮਤ ਕੀਤੀ, ਸਾਡੇ 'ਚ ਏਕਤਾ, ਇਤਫਾਕ, ਜਾਬਤਾ ਜਿਹੜਾ ਸਾਨੂੰ ਗੁਰੂ ਨੇ ਸਿਖਾਇਆ, ਇਹ ਬਦੌਲਤ ਹੈ। ਤੇ ਗੱਲ ਸਮਝਣ ਦੀ ਲੋੜ ਹੈ ਜੋ ਸਾਨੂੰ ਗੁਰੂ ਸਾਹਿਬ ਨੇ ਸਿਖਾਈ ਵਿਚਾਰਧਾਰਾ। मैं गल कर रहा सी, कई पुछदे जी बाणी संत नूं मनदी है। हाँ मनदी है, बाणी संत नूं मनदी भी है ते बाणी संत बनाउंदी भी है। पर वो संत केड़ा? वो प्रशादे पकाउण वाली मेरी मां भी संत हो सकदी, जिहनूं समाज मनण नूं तैयार नहीं। जिहनूं गुरबाणी संत मनदी उहनूं समाज मनण नूं तैयार नहीं। बाणी मनदी है बुजुर्ग बापू नूं संत, जिहड़ा 10 मੱਝਾਂ रख के प्योर दुध वेचदा है, दिन चढ़न तो पहला खेतों च हुंदा है ते सूरज छिपण तो बाद भी खेतों च हुंदा है। खेती साडा धंधा ही नहीं, खेती साडा विरसा भी है। खेती साडा विरसा भी है। खेत दी एग्जाम्पल किसान दियां उदाहरणां दे दे के बाणी च सतगुर ने समझाया। मन हाली किरसानी करनी, बोलो श्रम पानी। जदों किसी बंदे नूं उद्यम की प्रेरणा दी ते आख्या जे उद्यमी बनना ते किसान तो सिख। लोग सुते ने, बुजुर्ग बापू बैठे जे, हुण तां ट्रैक्टर आ गए। सूरज चढ़न तो पहला हाड़ी 1 किला पैली, उच्ची बोलो प्यारे, वाह लैंदा सी। लोकां दी अजे नींद नहीं सी खुल रही हुंदी ते बलदां दे मगर तुर तुर के खेतां 'च रोटी पानी चली जानी ते बीमारियां नहीं सी हैगियां। आ जिहड़ा असीं अमीरी कहने ना, जदों पैर ढीम ते पैंदे सी, एक्यूप्रैशर हुंदा सी, आप ना बीपी वधदा सी ना बीपी घटदा सी। छन्ने छन्ने अगले घिओ गुड़ खा जांदे सी। हुण तां देख लैण लगे ते थोड़ा जिहा दही, कहदा क्यों? कहदा शुगर चैक करा के आए सवेरे। ਉਹ ਪੁਰਾਣਾ ਕਲਚਰ ਸੀ। ਜਦੋਂ ਕਹਿੰਦੀ ਸੱਸੇ ਤੇਰੀ ਮੱਝ ਮਰ ਜੇ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ, ਹੁਣ ਵੀਰ ਪਹਿਲਾਂ ਆਂਦਾ ਸ਼ੂਗਰ ਚੈੱਕ ਕਰਾ ਕੇ ਆਇਆ, ਮਿੱਠਾ ਨਾ ਬਣਾਈ। ਅਮੀਰੀ ਹੁਣ ਹੈ, ਅਮੀਰੀ ਉਦੋਂ ਨਹੀਂ ਸੀ। ਹੁਣ ਕਿਹੜੀ? ਉਦੋਂ ਗੱਲਾਂ ਕਰਦੇ ਸੀ, ਕੱਚੇ ਘਰ ਸੀ, ਸਧਾਰਨ ਪਰਿਵਾਰ ਸੀ, ਪਰ ਹਰ ਇੱਕ ਚੀਜ਼ ਪਚਾ ਜਾਂਦੇ ਸੀ। ਹੁਣ ਆਂਦੇ ਜੀ ਹਰ ਇੱਕ ਚੀਜ਼ ਮੈਂ ਨਹੀਂ, ਮੇਰੇ ਆਖਿਆ ਤੁਸੀਂ ਚੀਜ਼ਾਂ ਘਰਾਂ ਚੋਂ ਕੱਢ ਥੋੜ੍ਹਾ ਦੇਣੀਆਂ। ਪਰ ਜਿੰਨੇ ਜੋਗੇ ਉਹ ਮਾੜਾ ਮੋਟ ਕੰਮ ਹੱਥੀਂ ਕਰਨ ਦੀ कोशिश करनी चाहिए है। बुजुर्ग के हाथ में प्रैणी फड़ी होनी, बलदां दे मगर तुरना, पैरों चो एक्यूप्रैशर होना, हत्थां नाल टोके या पट्ठे कुतरने, जो मर्जी खाई जाना, शरीर पचा जाता सी। मावां ने हत्थां 'च ईटियां फड़ियां होंदियां सी। ईटी समझदे हो जिहड़ी मधानी दे बन्ने बन्ने नेत्रा कहंदे ओनूं, रस्सी नेत्रा ਉਹਦੇ ਵਿੱਚ ईटी ਹੁੰਦੀ ਸੀ ਤਾਂ ਉਂਗਲਾਂ 'ਚ ਫਸਾ ਕੇ इदां मां ਜਦੋਂ दही रिड़कदी सी, 8-7 किलो दही रिड़कना, बावां 'ਚ भी जान हुंदी सी। लस्सी भी अध रिड़किया दुध भी नौजवान पी जाते सी। परिवार भी चंगे भले सी, हर एक दे चेहरे ते रौनक सी, हर एक चीज़ ही बदल दित्ती असीं। साडा कल्ला धंधा नहीं, सानू गुरु साहब जी ने यह सभ्यता दी सी। किरसानी किरसान करे, लोचे जियो लाए, हर जोते उद्यम करे, मेरा पुत धी खाए।
किसान सवेरे उठ के अपने बच्चों लिए खेतों जाता, तो किसान एक इदां दा दाता है जिहड़ा अपने लिए नहीं जाता। उन्होंने पता है कि जो मैं खेत में हल जोना, कईयां दे पेट विच मेरे करके रोटी पैंदी है। ये तो सरकारां नूं बाद विच समझ आउंदी। किसान किसी स्टेट का भी होवे, किसी देश का भी होवे, किसान मेहनत कश है। तो बाबे नानक ने तो बड़े नेड़े होके वेख्या किसान नूं। हुण तां तुसीं नोट कीती, भावें हैगियां मनोकल्पत तस्वीरां ही आ, फोटोआं ओरिजिनल नहीं सी, पर एक गुरु नानक साहब की फोटो अपने घरां च हुंदी सी ना, पहला हैगी मनोकल्पत सी। भला किहड़ी? हल वाहण वाली, बोलो जी, हैगी सी ना। हुण बहुत घट है। पहली गल तो किसी घर है ही नहीं। पुछो क्यों? अगले चलाक बड़े आ। अगले आंदे जी हल वाहण वाली फोटो होई, अगली गल तुसीं पूरी करियो हुण। ते जेड़े बाबे नानक दा नाम लै लैके पैरां ते मत्थे टिकाउंदे, किसी ने कर देना सवाल कि बाबा जी ते हल वाहुंदे सी, तुहानूं ते स्टेज तो फड़ के भी दो लाउंदे ने, दो फड़ के चढ़ाउंदे ने, हत्थ धवाउण लई कोई होर, गड़वा चुकण लई कोई होर, तुसीं किसी आदि रोटी नहीं खांदे, ते बाबा नानक जी ते हल वाहुंदे सी। उन्हां फिर हौली हौली वो फोटोआं करातियां अलोप, ते फोटोआं आ गईयां नवीआं। बाबा जी इदां बैठे ने, एक बने गड़वा रखे है, दूजे बने फ्रूट रखे है, एक बने बाला बैठा है, एक बने मरदाना बैठा है, तो बाबा जी इदां 9 मील, प्रोफैसर साहब सिंह जी के मुताबिक 9 मील, किलोमीटर नहीं मील, 9 मील रोजाना गुरु नानक साहब तुरते हैं। इदां बैठिया विखाता, फ्रूट लागे रखिया विखाता। पता कदे लई? कि जे महापुरखों को जाओ खाली हाथ ना जाओ, कुछ ना कुछ बोलो। तुहाडे तो सुख ना फ्रूट ही बड़ा है। कल दे असीं आए ना, घूम रहे हैं निक्के निक्के कस्बे, 4 दुकानां, सुख ना चंगा फ्रूट है। वीर दस रहा भी इत्थे हर एक चीज़ वधिया हुंदी है, खुशी हुंदी है भी वधिया गल है। जिथे गए साडे पंजाबी भरावां वीरां ने तरक्की कीती है। हुण फोटोआं, हुण जो दिसदा है ਉਹ ਅਸਰ ਸਾਡੇ ਬ੍ਰੇਨ ਤੇ ਪੈਂਦਾ ਹੈ, ਬੰਦੇ ਦੇ ਦਿਮਾਗ 'ਚ ਆਇਆ। ਜੇ ਬਾਬਿਆਂ ਕੋ ਜਾਓ, ਤੁਹਾਨੂੰ ਸੇਬ, ਕੇਲੇ, ਅੰਗੂਰ, ਸੰਤਰੇ ਖਾਣ ਨੂੰ ਮਿਲਣ ਜਾਂ ਨਾ ਮਿਲਣ, ਸਗਨਾਂ ਦੀ ਤਰ੍ਹਾਂ ਟੋਕਰਾ ਬਣਾ ਕੇ ਬਾਬਾ ਜੀ ਵਾਸਤੇ ਜ਼ਰੂਰ ਲੈ ਕੇ ਜਾਇਓ, ਕਿਉਂਕਿ ਬਾਬਾ ਜੀ ਖਾਣਗੇ, ਗੁਣ ਗਾਉਣਗੇ, ਫਿਰ ਆਪੇ ਸੇਬ ਲੈ ਜਾਂਦੇ ਆ। ਤੇ ਆਪੇ ਕਹਿੰਦੇ ਬਾਬਾ ਜੀ 4 ਸਾਲ ਹੋ ਗਏ ਪੁੱਤਰ ਦਾ ਵਿਆਹ ਕੀਤੇ ਨੂੰ। ਅਗਲੀ ਗੱਲ ਤੁਸੀਂ ਪੂਰੀ ਕਰੋ। ਹੁਣ ਪੋਤਰਾ ਨਹੀਂ ਹੁੰਦਾ, ਬਾਬਾ ਜੀ ਸੇਬ ਨੂੰ ਘੁਮਾਉਂਦੇ ਇਦਾਂ ਤੇ ਝੋਲੀ 'ਚ ਪਾ ਦਿੰਦੇ ਆ, ਲਓ ਲੈ ਜਾਓ। ਉਹ ਸੇਬਾਂ ਨਾਲ ਜਵਾਕ ਹੁੰਦੇ ਨੇ। ਚੰਗੇ ਭਲੇ ਅਸੀਂ ਪਰਿਵਾਰਾਂ ਦੇ ਰਹਿਣ ਵਾਲੇ ਬੰਦੇ ਆ, ਕਿੱਥੇ ਬੈਠੇ ਆ? ਕਿਹੜੀ ਸੋਚ ਹੈ ਸਾਡੀ? ਆਪਣੀਆਂ ਧੀਆਂ ਪੜ੍ਹੀਆਂ ਲਿਖੀਆਂ, ਆਪਣੀਆਂ ਨੂੰਹਾਂ ਪੜ੍ਹੀਆਂ ਲਿਖੀਆਂ, ਆਪਣੇ ਪੁੱਤ ਪੋਤਰੇ ਪੜ੍ਹੇ ਲਿਖੇ, ਤੁਸੀਂ ਕਿੱਥੇ ਲੈ ਕੇ ਤੁਰੇ ਫਿਰਦੇ ਹੋ ਆਪਣੇ ਪਰਿਵਾਰਾਂ ਨੂੰ? ਬਾਬਾ ਜੀ ਦੇ ਸਿਰ ਤੇ ਹੱਥ ਰੱਖ ਦਿਓ ਜੀ, ਬਾਬਾ ਜੀ ਸੇਬ ਪਾ ਦਿਓ ਜੀ। ਕੋਈ ਲਾਚੀਆਂ ਦੇਈ ਜਾਂਦਾ, ਕੋਈ ਲੌਂਗ ਦੇਈ ਜਾਂਦਾ, ਕੋਈ ਫਲਾਣਾ ਦੇਈ ਜਾਂਦਾ। ਜੇ ਸੇਬਾਂ ਨਾ ਪੁੱਤ ਹੁੰਦੇ ਆ, ਫਿਰ ਅਦਵਾਣਾ ਤੇ ਪਪੀਤਾ ਪਾਓ ਵੱਡੇ ਹੁੰਦੇ ਨੇ। हो सकता कोई वड्डा पुत जम पे, कोई पहलवान ही जम पे। क्या तमाशा बनाता? मेरे वर्गा प्रचारक बोलता तो मुड़ के फिर जेडे इन्हां बाबियां दे कोल गए होंदे उन्हां नूं पिट स्यापा पा के बह जांदे आ। ਉਹ ਵਿਰੋਧ ਕਰਦੇ ਜੀ ਕਿੱਥੋਂ ਲਿਆਂਦਾ ਪ੍ਰਚਾਰਕ। मैं तो पहला कहती गल अज समस्या इत्थे खड़ी हुई है। आओ जे गुरु 9वें पातशाह दा शहीदी दिन मना रहे हो तो पातशाह दी बाणी खुद पढ़ो। तुहाडी माता नालों वध किसे होर च करामात नहीं। ਤੁਹਾਡੇ घर च बैठी हुई बीबी कोल किते करामात घट है? ਉਹ भोजन रसोई च पिया अपने हत्थां नाल किन्नियां सोहणियां रोटियां तैयार करके, किन्नी सोहणी सब्जी बना के जदों तुहाडे पेट दी अग बुझाउंदी है, मां करामात नालों घट है? ਉਹ मझ विच करामात नहीं। चमड़ी काली, सुके पट्ठे खा के, छप्पड़ दा पानी पी के सवेरे बाल्टी पानी दी भर दुध दी भर दिंदी है। जे करामात दीयां गल्लां करोगे तो तुसीं वेखो पशु विच अंगूर दी वेल वेखी, वेखण नूं जी नहीं करदा। ना उहदे पैरां 'च किसी ने खंड घोल के पाई, पर किन्ने प्यारे अंगूर लगदे ने। इदां फिर अंगूरां दा बूटा भी करामाती है। वो कहेगा वेख लो मेरे कोल मैनूं अंगूर मिठे लगदे ने। साडे इत्थे कहणगे फलाना बाबा ढिड ते हत्थ फेरदा पत्थरी बाप। सोच के वेखिया कदी? बड़े बड़े डॉक्टर फेल कर देते असी। एक बने धियां नूं BSc नर्सिंग करा रहे हैं, बच्चों नूं डॉक्टर बना रहे हैं, भेखियां कोल तुरे फिरदे हैं, बाबा जी ढिड ते हत्थ फेरदे आ, पत्थरी बाहर कर दिंदे आ। क्या कोई चीर फाड़ नहीं कीता?
ਅੱਛਾ ਫਿਰ ਕਮਾਲ ਦੀ ਗੱਲ ਤੁਸੀਂ ਵੇਖੋ, ਇਹੋ ਜਿਹੇ ਲੋਕਾਂ ਨੂੰ ਬਾਣੀ ਦੀ ਵਿਚਾਰ ਅੱਗੇ ਕਰ ਲੱਗਿਆਂ ਦੰਦਣਾ ਪੈਂਦੀਆਂ, ਤੇ ਬਾਬੇ ਦੀ ਗੱਲ 36 ਰਿਸ਼ਤੇਦਾਰਾਂ ਕੋਲ ਕਰ ਜਾ, ਵੇਖ ਲੈ ਮੇਰਾ ਢਿੱਡ, ਏਦਾਂ ਕਰਕੇ ਵੇਖ ਲੈ ਮੇਰਾ ਢਿੱਡ, ਪੱਥਰੀ ਹੈ ਹੀ ਨਹੀਂ, ਬਾਬੇ ਏਦਾਂ ਹੱਥ ਫੇਰਿਆ, ਪੱਥਰੀ ਬਾਹਰ। ਅਸੀਂ ਕਿੱਥੇ ਬੈਠੇ? ਇਹ ਕਿਹੜੀ ਦੁਨੀਆ ਦੀ ਜ਼ਿੰਦਗੀ ਜੂ ਰਹੇ? ਸਾਨੂੰ ਜਿਹੜਾ ਮਰਜ਼ੀ ਆਉਂਦਾ ਪਿੱਛੇ ਲਾ ਕੇ ਤੁਰ ਪੈਂਦਾ, ਜਿਹੜਾ ਮਰਜ਼ੀ ਕੋਈ ਕਿਸੇ ਤਰੀਕੇ ਨਾਲ, ਕੋਈ ਕਿਸੇ ਤਰੀਕੇ ਨਾਲ, ਤਰ੍ਹਾਂ ਤਰ੍ਹਾਂ ਦੇ ਅਸੀਂ ਵਿਚਰਦੇ ਹਾਂ ਨਾ। ਸਰੋਤਿਆਂ ਤੋਂ ਪਤਾ ਲੱਗ ਜਾਂਦਾ ਹੈ ਤੁਸੀਂ ਬਾਣੀ ਕਿੰਨੀ ਪੜ੍ਹਦੇ, ਤੁਹਾਡੇ ਪਰਿਵਾਰ ਚੋਂ ਪਤਾ, ਤੁਹਾਡੇ ਕੰਮਾਂ ਚੋਂ। ਉਸਤਤ ਮਨ ਮੈਂ ਕਰ ਨਿਰੰਕਾਰ, ਬੋਲੋਗੇ ਸਤ ਵਿਵਹਾਰ। ਜਦੋਂ ਮੇਰਾ ਮਨ ਉਸਤਤ ਕਰੇਗਾ, ਮੇਰਾ ਵਿਹਾਰ ਦੁਨੀਆ ਨਾਲ ਸਹੀ ਹੋਏਗਾ, ਲੈਣਾ ਦੇਣਾ ਸਹੀ ਹੋਏਗਾ। ਮੈਂ ਕਿਸੇ ਕੋਲ ਪੈਸੇ ਲਏ ਨੇ, ਉਹਨੂੰ ਚੇਤਾ ਭੁੱਲ ਗਿਆ, ਪਰ ਮੈਨੂੰ ਨਹੀਂ ਭੁੱਲਿਆ। ਉਹਨੇ ਵੀ ਨਹੀਂ ਲਿਖਿਆ, ਮੈਂ ਵੀ ਨਹੀਂ ਲਿਖਿਆ, ਪਰ ਮੈਨੂੰ 6 ਮਹੀਨਿਆਂ ਬਾਅਦ ਵੀ ਚੇਤਾ, ਉਹਦੇ ਕੋਲ ਮੈਂ ਇੰਨੇ ਪੈਸੇ ਲਏ ਨੇ। ਉਹਨੂੰ ਚੇਤਾ ਭੁੱਲ ਗਿਆ। ਉਹਨੇ ਕਿਹਾ ਨਹੀਂ, ਤੂੰ ਤੇ ਮੇਰੇ ਕੋਲ ਮਸਾ 25,000 ਲਿਆ, ਮੈਨੂੰ ਪਤਾ ਸੀ ਮੈਂ 35,000 ਲਿਆ। ਮੈਂ ਚੇਤਾ ਕਰਿਆ, ਕਿਉਂ? ਕਿਉਂਕਿ ਮੇਰਾ ਮਨ ਉਸਤਤ ਕਰਦਾ ਹੈ ਨਾ, ਮੈਂ ਵਿਹਾਰ 'ਚ ਫਰਕ ਨਹੀਂ ਪਾਉਂਦਾ। ਉਹਨੇ ਕਿਹਾ ਨਹੀਂ 25 ਲਿਆ ਸੀ, ਮੈਂ ਕਿਹਾ ਨਹੀਂ, ਤੈਨੂੰ ਚੇਤਾ ਭੁੱਲ ਗਿਆ, ਮੈਂ 35 ਖੜਿਆ ਸੀ ਤੇਰੇ ਕੋਲ। ਤੇ ਜੇ ਮੈਂ ਖੁਸ਼ੀ ਮਨਾਈ, ਅਸੀਂ ਤਾਂ ਕਿਤੇ ਦੁਕਾਨਦਾਰ ਦੇ ਕੋਲੋਂ ਸੌਦਾ ਲੈ ਕੇ ਆਈਏ, 1-2 ਸੌਦਿਆਂ ਦਾ ਰੇਟ ਵਿੱਚ ਨਾ ਲਾਵੇ, ਤੇ ਮੈਨੂੰ ਖੁਸ਼ੀ ਚੜ੍ਹ ਜਾਂਦੀ ਹੈ ਵੀ ਚੰਗਾ ਹੋਇਆ ਉਹਨੇ ਪੈਸੇ ਮੇਰੇ ਕੋਲੋਂ ਘੱਟ ਲਏ, ਬੜਾ ਫਾਇਦਾ ਹੋ ਗਿਆ। ਨਿਆਣਿਆਂ ਨੂੰ ਫੁੱਲ ਫੁੱਲ ਕੇ ਦੱਸਦਾ, ਮੈਂ ਫਲਾਣੇ ਥਾਂ ਤੋਂ ਤੇਲ ਪਾਉਣ ਗਿਆ, ਉਹ ਰਸ ਜ਼ਿਆਦਾ ਸੀ, ਉਹਨੂੰ ਪੈਸੇ ਲਾਉਣ ਦਾ ਚੇਤੇ ਭੁੱਲ ਗਿਆ। ਅੱਛਾ ਦੱਸੋ ਭਲਾ, ਤੁਹਾਡੇ 2-1500 ਦੇ ਤੇਲ ਨਾਲ ਗੱਡੀ ਕਿੰਨਾ ਕੁ ਚਿਰ ਚੱਲ ਜੂ? ਜਿੱਦਣ ਟਰੈਕਟਰ ਦਾ ਪੰਪ ਖੁੱਲਾ, ਸਾਰਾ ਕੁਝ ਨਾਲ ਚੱਲ ਜਾਣਾ। ਖੁੱਲੂਗਾ, ਜਦੋਂ ਬੇਈਮਾਨੀ ਕਰਾਂਗੇ ਤੇ ਫਿਰ ਅਸਰ ਤੇ ਪੈਣਾ ਹੀ ਆ। ਕਿਰਤ ਇਮਾਨਦਾਰੀ ਦੀ, ਤੁਹਾਡੀ ਜੇਬ ਦੇ ਵਿੱਚ 1 ਰੁਪਈਆ ਪਰ ਹੈ ਇਮਾਨਦਾਰੀ ਦਾ, ਤੁਹਾਨੂੰ ਲੱਖ ਵਰਗੀ ਫੀਲਿੰਗ ਆਉਣੀ ਹੈ। ਇੱਕ ਸੁਣਿਓ, ਤਵੱਜੋ ਦੇ ਕੇ ਗੱਲ ਸੁਣਿਓ। ਜਦੋਂ ਬਾਣੀ 'ਚ ਜੁਆਰੀ ਦੀ ਗੱਲ ਆਈ, ਜੂਏ ਦੀ ਗੱਲ ਆਈ, ਤਿੰਨੀ ਜਨਮ ਜੂਏ, ਇਹ ਜੂਆ ਤੇ ਜੁਆਰੀ ਸ਼ਬਦ ਪਤਾ ਕਿਉਂ ਵਰਤਿਆ? ਮੰਨ ਲਓ ਇੱਕ ਜੁਆਰੀਆ ਬੰਦਾ ਜੂਆ ਖੇਡ ਕੇ ਅੱਜ ਲੱਖ ਰੁਪਇਆ ਜਿੱਤ ਲਿਆਉਂਦਾ, ਭਲਾ ਇਹਦੀ ਖੁਸ਼ੀ ਹੈ? ਮਾੜੀ ਜੀ ਖੁਸ਼ੀ ਹੋਣੀ ਹੈ ਵੀ ਹਾਂ ਜੂਆ ਜਿੱਤਿਆ, ਪਰ ਇਹਦੀ ਖੁਸ਼ੀ ਪਤਾ ਕਿਉਂ ਨਹੀਂ ਹੈਗੀ? ਕਿਉਂਕਿ ਕੱਲ ਨੂੰ ਉਹਨੇ ਫੇਰ ਖੇਡਣ ਜਾਣਾ। ਅੱਜ ਦੇ ਲੱਖ ਲੈ ਕੇ ਆਇਆ ਤੇ ਕੱਲ ਨੂੰ 1.5-2 ਨਾਲ ਵੀ ਲਿਆ ਜਾ ਸਕਦਾ। ਇਸ ਕਰਕੇ ਬੇਈਮਾਨੀ ਦੇ ਪੈਸੇ ਦੀ ਖੁਸ਼ੀ ਨਹੀਂ, ਪਰ ਜੇ ਦਿਹਾੜੀ ਕਰਕੇ ਵੀ ਬੰਦਾ 200-300 ਲੈ ਕੇ ਆਇਆ ਨਾ, ਉਹਦੀ ਖੁਸ਼ੀ ਆ ਕਿ ਮੇਰੇ ਆ ਲੋ ਬੱਚੇ, ਉਹਦਾ ਆਹ ਖਾਓ, ਆਪਾਂ ਆਟਾ ਦਾਲ ਸਬਜ਼ੀ ਜੋ ਖਾਂਦੇ, ਉਹਦਾ ਆਨੰਦ ਆ। ਬੇਈਮਾਨ, ਅੱਛਾ ਤੁਸੀਂ ਵੇਖੋ, ਜਿਨ੍ਹਾਂ ਦੇ ਪਰਿਵਾਰਾਂ 'ਚ ਕੋਈ ਜੂਆ ਖੇਡਦਾ ਨਾ, ਮੰਨ ਲਓ ਕੋਈ ਬੰਦਾ ਜੂਆ ਖੇਡਦਾ ਹੋਵੇ, ਜਿੱਦਣ ਤੇ ਉਹ ਜਿੱਤ ਕੇ ਆਉਂਦਾ ਨਾ, ਉਦੋਂ ਨਹੀਂ ਘਰ ਦੀਆਂ ਬੀਬੀਆਂ ਤੇ ਜਵਾਕ ਕਿਸੇ ਨੂੰ ਦੱਸਦੇ, ਉਦੋਂ ਤੇ ਆਂਦੇ ਫਰਿੱਜ ਲੈਣ ਦੀ ਹੁਣ ਵੱਡੀ ਪਤੀਲਾ ਦੁੱਧ ਦਾ ਵਿੱਚ ਆ ਜਾਂਦਾ ਵੱਡਾ ਸਾਰਾ, ਟੀਵੀ ਲਿਆਂਦਾ ਭਾਈ, ਵੱਡੀਆਂ ਵੱਡੀਆਂ ਮੂਰਤਾਂ ਦੇਖਦੀਆਂ ਉਹ 'ਚ। ਤੇ ਜਿੱਦਣ ਜਾਂਦਾ ਨਾ ਹਾਰ, 5-7 ਵਾਰੀ ਹਾਰ ਗਿਆ, ਫਿਰ ਪਤਾ ਕਹਿਣਗੇ ਇਹਨੂੰ ਸਮਝਾਓ, ਕੋਈ ਇਹਨੂੰ ਅਕਲ ਦਿਓ, ਕੋਈ ਇਹ ਘਰ ਖਾਲੀ ਕਰੀ ਜਾਂਦਾ। ਉਹ ਫਿਰ ਜਿਹੜੇ ਗਵਾਂਢੀ ਆ ਨਾ, ਰਿਸ਼ਤੇਦਾਰ, ਉਹ ਵੀ ਆਂਦੇ ਜਿੱਦਣ ਜਿੱਤ ਕੇ ਆਉਂਦਾ ਉਦੋਂ ਕਿਉਂ ਨਹੀਂ ਅਕਲ ਦੇਣ ਦੀ ਕਹਿੰਦੇ? ਜਿੱਦਣ ਜਿੱਤ ਕੇ ਆਉਂਦਾ ਉਦੋਂ ਤੇ ਚੂੜੀਆਂ ਪਾ ਵਿਖਾਉਂਦੇ ਸੋਨੇ ਦੀਆਂ, ਉਦੋਂ ਤੇ ਵਿਆਹ ਗਏ ਮੁੰਦਰੀਆਂ 2 ਪਾਈਆਂ ਏਦਾਂ ਘੁਮਾ ਵਿਖਾਉਂਦੇ ਆ। ਸਾਧ ਸੰਗਤ ਜੀ, ਕਿਰਤ ਇਮਾਨਦਾਰੀ ਦੀ ਫੋਟੋਆਂ ਭਾਵੇਂ ਹੈਗੀਆਂ ਮਨੋਕਲਪਤ ਸੀ। ਭਾਈ ਲਾਲੋ ਦੇ ਤਸਵੀਰ ਵੇਖੀ ਜਿਹੜੀ ਮਨੋਕਲਪਤ ਬਣਾਈ ਸੀ ਗੁਰੂ ਨਾਨਕ ਸਾਹਿਬ ਦਾ, ਰੋਟੀ ਨੱਪੀ ਵਿੱਚੋਂ ਕੀ ਨਿਕਲਿਆ? ਦੁੱਧ। ਤੇ ਮਲਕ ਭਾਗੋ ਦੀ ਰੋਟੀ ਨੱਪੀ ਕੀ ਨਿਕਲਿਆ? ਲਹੂ, ਖੂਨ। ਉਹਦਾ ਮੀਨਿੰਗ ਕੀ ਸੀ ਭਲਾ? ਕਿ ਭਾਈ ਲਾਲੋ ਦੀ ਕਮਾਈ ਦੁੱਧ ਵਰਗੀ ਚਿੱਟੀ ਹੈ, ਤੇ ਮਲਕ ਭਾਗੋ ਦੀ ਰੋਟੀ ਵਿੱਚ ਦੂਜਿਆਂ ਦਾ ਖੂਨ ਹੈ, ਦੂਜਿਆਂ ਦਾ ਖੂਨ। ਹੁਣ ਦੁੱਧ ਵਰਗੀ ਚਿੱਟੀ ਸ਼ਬਦਾ ਸੋਹੀ ਰਾਗ ਦਾ ਸ਼ਬਦ ਹੈ, ਭਾਂਡਾ ਧੋਏ ਬੈਸ ਧੂਪ ਦੇਵੋ। ਮਾਵਾਂ ਨੂੰ ਪਤਾ, ਜਦੋਂ ਆਪਾਂ ਦੁੱਧ ਨੂੰ ਜਾਗ ਲਾਉਂਦੇ ਆ, ਦਹੀਂ ਬਣਦਾ, ਫਿਰ ਆਪਾਂ ਉਹਦੇ ਵਿੱਚ ਮਧਾਣੀ ਪਾ ਕੇ ਉਹ ਚਾਟੀ 'ਚ ਰਿੜਕਦੇ ਆ। ਜਦੋਂ ਦੁਬਾਰਾ ਉਹਨੂੰ ਫਿਰ ਦੁੱਧ ਪਾ ਕੇ ਜਾਗ ਲਾਉਣੀ ਆ ਨਾ, ਉਹਨੂੰ ਧੁੱਪੇ ਰੱਖਿਆ ਜਾਂਦਾ ਸੀ ਉਸ ਲੱਸੀ ਵਾਲੇ ਭਾਂਡੇ ਨੂੰ, ਕਿ ਧੁੱਪ ਦੇ ਨਾਲ ਇਹਦੇ ਅੰਦਰ ਦੀ
ਜਿਹੜੀ ਖਟਾਸ ਹੈ ਚੰਗੀ ਤਰ੍ਹਾਂ ਮਰ ਜਾਏ, ਚੰਗੀ ਤਰ੍ਹਾਂ ਉਹਦੀ ਸਮੈਲ ਮਰ ਜਾਏ। ਧੁੱਪੇ ਬਰਤਨ ਰੱਖਿਆ ਜਾਂਦਾ ਸੀ। ਗੁਰੂ ਸਾਹਿਬ ਜੀ ਨੇ ਇੱਥੇ ਗੱਲ ਕਹੀ, ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵੋ। ਜਿਵੇਂ ਆਪਾਂ ਦੁੱਧ ਪਾਉਣਾ ਹੋਵੇ, ਭਾਂਡੇ ਨੂੰ ਧੋ ਕੇ ਧੁੱਪ ਲਵਾਈ ਦੀ ਹੈ, ਤੇ ਫਿਰ ਤੋ ਦੁੱਧੇ ਕੋ ਜਾਵੋ, ਫਿਰ ਉਹਦੇ ਵਿੱਚ ਦੁੱਧ ਪਵਾਈ ਦਾ ਹੈ। ਮਹਾਰਾਜ ਇੱਥੇ ਦੁੱਧ ਕਿਹੜਾ? ਕਹਿੰਦੇ ਦੁੱਧ ਕਰਮਾ ਫੁਨ ਸੁਰਤ ਸਮਾਇਣਾ। ਆਪਣੀ ਰੋਜ਼ ਦੀ ਕਮਾਈ ਨੂੰ ਦੁੱਧ ਬਣਾ ਲਾ। ਸਮਝਦੇ ਹੋ? ਦੁੱਧ, ਇੱਥੇ ਸ਼ਬਦ ਦੁੱਧ ਪਤਾ ਕਿਉਂ ਵਰਤਿਆ? ਸਬਜ਼ੀ ਵੀ ਵਰਤ ਸਕਦੇ ਸੀ, ਦਾਲ ਸ਼ਬਦ ਵੀ ਵਰਤ ਸਕਦੇ ਸੀ, ਹੋਰ ਵੀ ਕੋਈ ਸ਼ਬਦ ਵਰਤਿਆ ਜਾ ਸਕਦਾ ਸੀ, ਪਰ ਦੁੱਧ ਸ਼ਬਦ ਪਤਾ ਕਿਉਂ ਵਰਤਿਆ? ਕਿਉਂਕਿ ਦੁੱਧ ਇੱਕ ਇੱਦਾਂ ਦੀ ਚੀਜ਼ ਹੈ ਜਿਹਦੇ ਲਾਗੇ ਕੋਈ ਹੱਥ ਵੀ ਛਿਣਕ ਦੇਵੇ ਨਾ ਖਟਿਆਸ ਦਾ, ਤੇ ਉਹਨੂੰ ਖਰਾਬ ਹੁੰਦਿਆਂ ਜ਼ਿਆਦੀ ਦੇਰ। ਮਾਵਾਂ ਮੇਰੀਆਂ ਨੂੰ ਪਤਾ ਹੈ, ਮੇਰੀਆਂ ਭੈਣਾਂ ਨੂੰ, ਬਜ਼ੁਰਗਾਂ ਨੂੰ, ਜਿਹੜੇ ਹੱਥੀਂ ਇਹ ਕੰਮ ਕਰਦੇ ਆ, ਜਦੋਂ ਜਿਸ ਪਤੀਲੇ ਵਿੱਚ ਸਬਜ਼ੀ ਬਣਾਈ ਹੋਵੇ, 10 ਕਿਲੋ ਦਾ ਪਤੀਲਾ ਹੋਵੇ, ਜੇ ਉਹ 'ਚ ਦੁੱਧ ਗਰਮ ਕਰਨਾ ਹੋਵੇ, ਉਹਨੂੰ ਇੰਨੇ ਧਿਆਨ ਨਾਲ ਅੰਦਰੋਂ ਕੂਚੀਦਾ, ਕਿਤੇ ਮਾੜਾ ਜਿਹਾ ਵੀ ਕਣਕਾ ਸਬਜ਼ੀ ਦਾ ਰਹਿ ਗਿਆ ਤੇ ਦੁੱਧ ਨੂੰ ਖਰਾਬ ਹੁੰਦਿਆਂ ਜ਼ਿਆਦੀ ਦੇਰ ਨਹੀਂ ਲੱਗੀ। ਉਹਨੂੰ ਇਹ ਚੰਗੀ ਤਰ੍ਹਾਂ ਸਾਫ਼ ਕਰੀਦਾ। ਇੱਦਾਂ ਹੀ ਇੱਥੇ ਦੁੱਧ ਕੀ ਆ? ਸਰੀਰ ਭਾਂਡਾ ਵਾ, ਦੁੱਧ ਵਾ ਮੇਰੇ ਰੋਜ਼ ਦੇ ਕੰਮ। ਦੁੱਧ ਸਾਫ਼ ਯਾਨੀ ਕਿ ਆਪਣੇ ਕੰਮ ਸਾਫ਼ ਕਰ ਰੋਜ਼ ਦੇ। ਦੁੱਧ ਕਰਮਾ ਕਿ ਅੱਜ ਮੇਰੇ ਕੰਮ ਸਾਫ਼ ਹੈਗੇ। ਉੱਚੀ ਬੋਲੋ ਹੁਣ ਸਾਰੇ, ਬੋਲੋ ਪਿਆਰਿਓ। ਮੇਰੀ ਰੋਜ਼ ਦੇ ਕੰਮ, ਰੋਜ਼ ਦੇ ਕੰਮ, ਰੋਜ਼ ਦੀ ਕਮਾਈ ਸਾਫ਼ ਹੈ। ਜੇ ਸਾਫ਼ ਹੈ ਸਮਝ ਲਓ ਦੁੱਧ ਹੈਗਾ ਹੈ। ਦੁੱਧ ਕਰਮਾ ਇਹ ਸੰਕੇਤ ਸੀ। ਮਲਕ ਭਾਗੋ ਵੇਖ, ਭਾਈ ਲਾਲੋ ਦੀ ਰੋਟੀ ਦੁੱਧ ਵਰਗੀ ਚਿੱਟੀ ਹੋ। ਇਹ 'ਚ ਕੋਈ ਮਿਲਾਵਟ ਨਹੀਂ, ਇਹ 'ਚ ਕੋਈ ਬੇਈਮਾਨੀ ਨਹੀਂ, ਇਹ 'ਚ ਕੋਈ ਠੱਗੀ ਨਹੀਂ, ਇਹ 'ਚ ਕਿਸੇ ਦਾ ਕੋਈ ਹੱਕ ਨਹੀਂ, ਆਪਣਾ ਆਪਣੀ ਮਿਹਨਤ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੇ ਕੋ ਜਾਵੋ। ਦੁੱਧ ਕਰਮ, ਰੋਜ਼ ਦੇ ਕੰਮਾਂ ਨੂੰ ਦੁੱਧ ਬਣਾ ਲਾ। ਫੁਨ ਸੁਰਤ ਸਮਾਇਣਾ। ਸੁਰਤ ਸਮਾਇਣ ਦਾ ਅਰਥ ਪਤਾ ਕੀ ਹੈ? ਹੁਣ ਦੁੱਧ ਨੂੰ ਜਾਗ ਲਾਉਣ ਲਈ ਵੀ ਧਿਆਨ ਰੱਖਣਾ ਪੈਣਾ ਵੀ ਕਿੰਨੇ ਟੈਂਪਰੇਚਰ ਤੇ ਦੁੱਧ ਨੂੰ ਗਰਮ ਕਰਨਾ, ਤੇ ਜਾਗ ਕਿੰਨੀ ਕੁ ਲਾਉਣੀ। ਹੁਣ ਦੁੱਧ 10 ਕਿਲੋ ਹੋਵੇ, ਜਾਗ ਵੀ ਇੰਨੀ ਲਾਈ ਦੀ ਹੈ। ਕਿਉਂ ਸਾਸਲੇ ਜੀ? ਜੇ ਮੰਨ ਲਓ 10 ਕਿਲੋ ਦੁੱਧ ਦਾ ਦਹੀਂ ਬਣਾਉਣਾ, ਜਾਗ ਕਿੰਨੀ ਕੁ ਚਾਹੀਦੀ ਭਲਾ? ਬੋਲੋ ਸਾਸਲੇ ਜੀ, ਥੋੜੀ ਜੀ। ਅੱਛਾ ਇੱਕ ਚੀਜ਼ ਹੋਰ ਨੋਟ ਕਰਿਓ, ਜਾਗ ਗਵਾਂਢੀਆਂ ਘਰੋਂ ਲਿਆਂਦੀ ਜਾ ਸਕਦੀ ਹੈ ਧਾਰੀ। ਕਈ ਵਾਰੀ ਇੱਦਾਂ ਹੁੰਦਾ ਨਾ, ਜਾਂ ਤਾਈ ਕੋਲੋਂ ਭੱਜ ਕੇ ਜਾਗ ਫੜ ਲਿਆ, ਦੁੱਧ ਥੋੜਾ ਲਿਆਂਦਾ ਜਾ ਸਕਦਾ। ਦੁੱਧ ਤੇ ਆਪਣੇ ਘਰ ਜਾਂ ਮੱਝਾਂ ਰੱਖੋ ਜਾਂ ਮੁੱਲ ਲਿਆਓ। ਜਾਗ ਅਗਲਾ ਦੇ ਸਕਦਾ ਵੀ ਜਾ ਭੱਜ ਕੇ ਤਾਈ ਕੋਲੋਂ, ਚਾਚੀ ਕੋਲੋਂ, ਦਾਦੀ ਕੋਲੋਂ ਜਾਗ ਲਿਆ, ਜਾ ਭੱਜ ਕੇ। ਤੇ ਆਪਣਾ ਆਮ ਹੁੰਦਾ ਦਹੀਂ ਅੱਜ ਮੁੱਕ ਗਿਆ, ਦਹੀਂ ਸਾਡਾ ਖਤਮ ਹੋ ਗਿਆ, ਆਪਾਂ ਕਹਿੰਦੇ ਜਾਂ ਜਾਗ ਲਿਆ। ਜਾਗ ਤੁਸੀਂ ਇੱਕ ਦੂਜੇ ਦੇ ਕੋਲੋਂ ਲੈ ਸਕਦੇ ਹੋ, ਪਰ ਚੰਗੇ ਕੰਮਾਂ ਦਾ ਦੁੱਧ ਆਪਣੇ ਘਰ ਹੀ ਪੈਦਾ ਕਰਨਾ ਪੈਣਾ। ਆ ਜਿਹੜੇ ਦੂਜਿਆਂ ਕੋਲੋਂ ਅਰਦਾਸਾਂ ਕਰਾਉਂਦੇ ਫਿਰਦੇ ਨਾ, ਇਹ ਪਤਾ ਕੌਣ ਨੇ? ਜਿਹੜੇ ਕਹਿੰਦੇ ਜਾਗ ਵੀ ਤੁਸੀਂ ਦਿਓ, ਅੱਗੇ ਬੋਲੋ ਹੁਣ, ਦੁੱਧ ਵੀ ਤੁਸੀਂ ਦਿਓ ਤੇ ਪੀ ਵੀ ਅਸੀਂ। ਵੀ ਜਾਗ ਵੀ ਤੁਹਾਡੀ ਤੇ ਦੁੱਧ ਵੀ ਤੁਹਾਡਾ। ਆ ਤਾਂ ਹੀ ਕਹਿੰਦੇ ਸੀ ਮੰਤਰ ਮੈਂ ਪੜੂ ਤੇ ਫਲ ਤੈਨੂੰ ਮਿਲੂ, ਤੂੰ ਮੇਰੀ ਸੇਵਾ ਕਰ ਦੇ। ਇੱਥੋਂ ਸ਼ੁਰੂ ਹੋਇਆ ਸੀ ਕੰਮ। ਮੈਂ ਇੰਨੇ ਸਿਮਰਨੇ ਫੇਰੂੰਗਾ, ਮੈਂ ਇੰਨੇ ਜਪ ਕਰੂੰਗਾ, ਮੈਂ ਇੰਨੇ ਤਪ ਕਰੂ। ਉਹ ਭੁੱਸ ਪਿਆ ਸਾਨੂੰ ਪੰਜਾਬੀਆਂ ਨੂੰ ਵੀ, ਬਾਬਾ ਜੀ ਚਰਨ ਪਾਓ ਨਾ ਸਾਡੇ ਘਰ, ਬਾਬਾ ਜੀ ਚਰਨ ਪਾ ਦਿਓ, ਸਾਡਾ ਘਰ ਪਵਿੱਤਰ ਕਰ ਦਿਓ। ਤੁਸੀਂ ਵੇਖਿਆ ਨਾ ਕਿ ਘਰ ਦੇ ਵਿੱਚ ਚਰਨ ਪਵਾ ਕੇ ਇਕੱਲੇ ਇਕੱਲੇ ਘਰ ਦੇ ਵਿੱਚ ਲਈ ਜਾਂਦੇ, ਫਿਰ ਬਾਬੇ ਵੀ ਘਰ ਵੇਖ ਲੈਂਦੇ ਵੀ ਠੀਕ ਹੀ ਆ। ਬੋਲੋ ਅੱਗੇ। ਉਹ ਚਰਨ ਪਾਉਣ ਲੱਗਿਆ ਹਿਸਾਬ ਕਿਤਾਬ ਲਾ ਲੈਂਦੇ ਆ। ਮਜਾਲ ਤਾਂ ਕਿਸੇ ਕੱਖਾਂ ਦੀ ਕੁੱਲੀ 'ਚ ਸਧਾਰਨ ਜਿਹਾ ਕਮਰਾ, ਉਧਰ ਚਰਨ ਪਾਉਣ ਵਾਲੇ ਬਣੇ ਜਾਣ, ਉਧਰ ਹਿਸਾਬ ਲਾ ਲੈਂਦੇ, ਉੱਥੇ ਬਹਿਣ ਜੋਗਾ, ਜਿਵੇਂ ਲੀਡਰ ਨਹੀਂ ਕਰਦੇ। ਹੁਣ 22 ਦੀਆਂ ਵੋਟਾਂ ਆਉਣੀਆਂ ਪੰਜਾਬ ਵਿੱਚ, ਤੁਸੀਂ ਵੇਖੋ ਕਿੱਦਾਂ ਆਟੋ ਵਾਲੇ ਦੇ ਘਰ, ਰਿਕਸ਼ੇ ਵਾਲੇ ਦੇ ਘਰ, ਉਹਦੀ ਬੰਬੀ ਤੇ ਜਾ ਕੇ ਚਾਹ ਪੀ ਲਾ, ਉੱਥੇ ਕੱਪ, ਉੱਥੇ ਤਾਸ਼ ਖੇਡਿਆ, ਉੱਥੇ ਆਹ ਕਰਿਆ। ਅੱਛਾ ਸਾਰੇ ਰੀਸੋ ਰੀਸ ਲੱਗੇ ਪਏ ਆ, ਇੱਕ ਦੂਜੇ ਨੂੰ ਨਕਲੀ ਕਹੀ ਜਾਂਦੇ ਆ, ਨਹੀਂ ਮੈਂ ਅਸਲੀ ਆ। ਐ ਥੱਲੇ ਤੋਂ ਥੱਲੇ। ਹੁਣ ਤਾਂ ਭਾਵੇਂ ਇਹ ਕਹਿ ਦੋ
भी वोट तां पाउणी मेरे न्याणे दी नली साफ कर। मान लो कोई वोटर कहे गल सुन लो भाई साहब जी, भावें तू केजरीवाल है, भावें तू चन्नी साहब है, भावें तू सुखबीर बादल है, भावें तू कैप्टन से बाहर हो गया तेरा ग्राउंड जो आउट हो गया ना, वो भावें तू जेड़ा मर्जी है, तेनों वोट तां पाउणी है जे तू साडे जवाकां दी नली साफ करे। कर देणगे, जो मर्जी करा लो इन्हां कोलों, किद्दां कोई जलेबी तल रहा, कोई खुरपा मार रहा, क्या तमाशा बन गया। दोवां चीज़ां हासो हिणियां हो गईयां, भावें राजनीति है ते भावें अखौती धार्मिक पक्ष है। किद्दां जांदे आ इदां भज्जे भज्जे जाणगे। माफ़ करना, गुस्सा ना मनाओ, मैं पहला माफ़ी मंग लवां। ये गल सच है, गुरु नानक साहब के पैरों आकार अखवाउणा ते गुरु नानक साहब की विचारधारा जमीन आसमान का अंतर है। जिस महान सतगुर का तुसीं शहीदी दिन मना रहे हो, मैं एक एग्जाम्पल देवां उन्हां दे जीवन की। जदों गुरु तेग बहादुर साहब महाराज प्रचार दौरियां ते तुरे ने ते मानसे जिले का एक पिंड है, उस पिंड का नाम है समाओ। उस पिंड का नाम है समाओ, अज भी मालवे च पिंड है, मानसे जिले का पिंड समाओ। जदों गुरु तेग बहादुर साहब सच्चे पातशाह महाराज प्रचार करदियां उस इलाके च गए तो माहौल इदां दा हुंदा सी, जदों प्रचार कर लई जाना, सिख संगत ने दूरां दूरां तो आ जाना, विचारां सुननियां, अपने घर के मसले दसने, गुरु साहब डिस्कस करते सी, समझाउंदे सी, प्यार, क्योंकि पातशाह का बड़ा वड्डा सुभाव सी कि वड्डे वड्डे राजियां दीयां भी लड़ाइयां विच पै के मुकाइयां। लोकां कोलों घरां दीयां लड़ाइयां नहीं मुकदियां, राजियां दीयां लड़ाइयां च किन्ने सिपाहियां का नुकसान होना है, किन्ने परिवार उजड़ने ने। जिहड़ा सिपाही खत्म हो गया, बच्चे तो रुलणगे ना मगरों। पातशाह कहते लड़ना कोई चंगी गल नहीं। गुरु साहब जी विच पै पै के राजियां दीयां लड़ाइयां मुकाउंदे रहे, समझाउंदे रहे। आ जिहड़े कहंदे ना गुरु गोबिंद सिंह सच्चे पातशाह ने 14 जंगां लड़ियां ने, पातशाह जदों अगले आउंदे सी जवाब दिंदे सी, जंग लड़न आप नहीं सी तुरदे। जे आप लड़ना हुंदा ते आनंदपुर साहब का किला क्यों छड्डदे? जिहड़ी चमकौर साहब जंग की आनंदपुर साहब करते, वो तो जो अगला चढ़ के आउंदा कहंदा भाई मैं लड़ना नहीं चाहता, क्योंकि उधर भी किसी माँ का पुत खत्म होना है, इधर भी किसी माँ का पुत खत्म होना है, पर जे तू आ ही गया तो फिर भाई चूड़ियां तो असीं पाइयां कोई नहीं, फिर तेनों करारे हथ जरूर खावांगे। ये मर्द का सूरमे का पहला हक है कि भाई मैं किसी का नुकसान करना नहीं चाहता, पर जे तू बहुता ही तां चढ़दा है तो फिर मूर्ख गंढ पवै मूँह मार। मूर्ख बंदे दे मूर्ख पुणे नूं गंढ ही तां पैंदी है ਜਦੋਂ टका के अगले सोटा मारोगा, फिर पिछां भजदा भी नहीं पाई इत्थे डांग फेरनी है। जे डांग फेरनी जुल्म है तो डांग सहनी ये भी जुल्म है, ये भी जुल्म। ला जोर जिन्ना तेरे को फिर लगता अखीर ते उदा नहीं, फिर ठीक है। हुण ध्यान नाल सुणिओ, गुरु तेग बहादुर साहब सच्चे पातशाह पिंड समाओ दे बार-बार सिख संगत नाल बैठे ने। उसे पिंड का किसान अपने खेतों च काम कर रहे, जिहड़ा सिख नहीं है जी, वो अपने खेतों च काम कर रहे। उन्हें कट्ठ वेखिया, भीड़ वेखी, दूरों मन च आख्या कोई राजा आया होना, कोई लीडर आया होना। आम साडे कट्ठ होवे ते इहो कुछ हुंदा। ओहदी पत्नी रोटी लैके आई पिंडों, ਐਨ तन की जी उन्हें कुड़ती जी पाई है, पसीने नाल भिजी हुई है, गुड़च हुई है, हथ पैर मिट्टी नाल लिबड़े हुए ने, ते अपनी पत्नी। हुण इहो जिहियां साखियां साडे तक बहुत घट पहुंचियां ने। वो किसान खेतों च काम करदा करदा अपनी पत्नी नूं पुछदा, आम अपने खेतों च इदां ही रोटी खांदे सी। खेतों च हल वाहुंदियां वाहुंदियां जिथे हल छड्डना उत्थे ही एक डब्बा पानी दा होना, डोलू पानी का होना, लागे लस्सी होनी, जो भी प्याज गंढा जो भी नाल लिआंदा, अचार होना, जो भी सब्जी होनी, उत्थे ही प्रसादा छक लेना। ईमानदारी नाल जवाब दिओ, उत्थे कोई किसान साबण नाल हथ धोंदा सी? हत्थां 'च परैणी फड़ी बलदां दे पिछे तुरदियां हत्थां नूं गोहा भी लग जांदा सी, ते पानी हत्थां ते पा के ऐदां हत्थ साफ करके ऐदां प्रसादा छक लैंदा सी। जिन्ने हाथ उस वक्त उस किसान दे पवित्र ने ना। कोई बंदा कहे जी मैं इन्ने पाठ करदा, जे तेरी कमाई विच ईमानदारी नहीं तो तू किसान दा मुकाबला नहीं कर सकदा। तू जिन्ने मर्जी पाठ करदा होवे,
ਇਹ ਤੇ ਸਾਡੇ ਸਾਫ਼ ਕੀਤੇ ਹਾਥੀ ਧਵਾ ਕੇ ਦੂਜਿਆਂ ਕੋਲੋਂ ਆ ਕਈ ਅਸੀਂ ਕਈ ਵਾਰੀ ਜਾਈਦਾ ਨਾ ਕਿਸੇ ਵੱਲ, ਉਹ ਵਿਚਾਰੇ ਡੱਬਾ ਫੜ ਕੇ ਇਹਦਾ ਡੋਲੂ ਫੜ ਕੇ ਨਾਲ ਕੱਪੜਾ ਫੜ ਕੇ ਬਾਬਿਆਂ ਦੇ ਭੁਲੇਖੇ ਸਾਡੇ ਵੀ ਹੱਥ ਧਵਾਉਣ ਆਉਂਦੇ ਨੇ, ਤੇ ਅਸੀਂ ਕਹਿੰਦੇ ਵੀ ਤੁਸੀਂ ਹੱਥ ਕਿੱਥੋਂ ਧੋਣੇ? ਕਹਿੰਦੇ ਫਲਾਣੇ ਟੂਟੀ ਤੋਂ। ਅਸੀਂ ਕਿਹਾ ਵੀ ਐ ਕੰਮ ਕਰੋ, ਤੁਸੀਂ ਸਾਡੇ ਧਵਾ ਦਿਓ, ਮੁੜ ਕੇ ਅਸੀਂ ਤੁਹਾਡੇ ਧਵਾਵਾਂਗੇ। ਜਿਹੜਾ ਵੀ ਬਾਬਾ ਇਦਾਂ ਕਰੇ ਉਹਨੂੰ ਇਦਾਂ ਕਰਿਆ ਕਰੋ, ਬਾਬਾ ਜੀ ਪਹਿਲਾਂ ਅਸੀਂ ਹੱਥ ਤੁਹਾਡੇ ਧਵਾਵਾਂਗੇ, ਮੁੜ ਕੇ ਤੁਹਾਨੂੰ ਸਾਰੇ ਟੱਬਰ ਦੇ ਸਾਡੇ ਧਵਾਉਣੇ ਪੈਣਗੇ। ਹੌਲੀ ਹੌਲੀ ਬਾਬਿਆਂ ਨੇ ਹੱਥ ਧਵਾਉਣੋ, ਉੱਚੀ ਬੋਲੋ, ਹਟ ਜਾਣਾ। ਕੀ ਗੁਰੂ ਨਾਨਕ ਸਾਹਿਬ ਲੋਕਾਂ ਦੇ ਘਰਾਂ ਵਿੱਚ ਜਾ ਕੇ ਇਦਾਂ ਹੱਥ ਧਵਾਉਂਦੇ ਹੋਣਗੇ? ਇੱਕ ਬਾਬਾ ਕਾਰ ਰੂਪ, ਦੂਜਾ ਰਬਾਬੀ ਮਰਦਾਨਾ। ਇਹ ਸਿੱਖੀ ਗੁਰੂ ਨਾਨਕ ਸਾਹਿਬ ਦੀ ਨਹੀਂ ਹੈ ਜਿਹੜੀ ਅਮਲ ਵੇਲ ਦੀ ਤਰ੍ਹਾਂ ਸਾਨੂੰ ਚਿੰਬੜੀ ਹੋਈ ਹੈ। ਇਹ ਸਿੱਖੀ ਗੁਰੂ ਨਾਨਕ ਸਾਹਿਬ ਦੀ ਨਹੀਂ ਹੈ। ਗੁਰੂ ਨਾਨਕ ਸਾਹਿਬ ਦੀ ਸਿੱਖੀ ਨਨਕਾਣਾ ਸਾਹਿਬ ਤੋਂ ਉੱਠੀ ਸੀ। ਗੁਰੂ ਨਾਨਕ ਸਾਹਿਬ ਦੀ ਸਿੱਖੀ ਚਮਕੌਰ ਸਾਹਿਬ ਦੀ ਗੜੀ ਚ ਉੱਠੀ ਸੀ। ਨਨਕਾਣਾ ਸਾਹਿਬ ਦੀ ਸਿੱਖੀ ਮਾਸ਼ੀਵਾੜੇ ਦੇ ਜੰਗਲ ਸੀ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ਮੀਨ ਤੇ ਲੇਟੇ ਹੋਏ ਨੇ, ਤਨ ਦੇ ਬਸਤਰ ਵੀ ਪਾਟੇ ਹੋਏ ਨੇ। ਇਹ ਤੇ ਚਮਕ ਦਮਕ ਪਤਾ ਨਹੀਂ ਕਿੱਥੋਂ ਆ ਗਈ। ਜਿੱਡੇ ਤੌਲੀਏ ਵਧੀਆ, ਜਿੱਡੇ ਲੋਟੇ ਵਧੀਆ, ਓਡਾ ਬਾਬਾ ਵੱਡਾ। ਦੱਸ ਦੋ ਜੇ ਗਲਤ ਹੈ ਤੇ ਫਿਰ ਇਹ ਕਹਿਣਗੇ ਬਾਬਾ ਜੀ ਆਹ ਬਾਬਾ ਜੀ ਦੇ ਨੂਰ ਵੇਖਿਆ, ਉਹ ਜੂਸ ਪੀਂਦੇ, ਤੁਸੀਂ ਲੱਸੀ ਪੀ ਪੀ ਮਰੇ ਪਏ, ਤੁਸੀਂ ਤੇ ਉਹ ਵੀ ਵੇਚਤੀ। ਅੱਛਾ ਵੇਖੋ, ਆਪੇ ਬਾਬਿਆਂ ਦੇ ਡੇਰੇ ਫਰੂਟ ਜੂਸ ਲੈ ਜਾਂਦੇ ਆ, ਫਿਰ ਕਹਿੰਦੇ ਬਾਬਿਆਂ ਦਾ ਨੂਰ ਵੇਖਿਆ। ਆਪਣੇ ਭਾਈਏ ਨੂੰ ਲਗਾਤਾਰ ਮਹੀਨੇ 2-3 ਫਰੂਟ ਖਵਾ ਕੇ ਵੇਖੋ, ਨੂਰ ਭਾਈਏ ਦਾ ਵੀ ਬੜਾ ਟਮਕਣਾ। ਕਿਉਂ ਬਜ਼ੁਰਗੋ? ਇਦਾਂ ਹੀ ਹੈ। ਹੁਣ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਉਸ ਪਿੰਡ ਦੇ ਬਾਹਰ ਬੈਠੇ ਨੇ, ਕਿਸਾਨ ਆਪਣੇ ਖੇਤਾਂ 'ਚ ਕੰਮ ਕਰ ਰਿਹਾ, ਆਪਣੀ ਪਤਨੀ ਨੂੰ ਪੁੱਛਦਾ, ਭਾਗਾਂ ਵਾਲੀਏ ਤੂੰ ਪਿੰਡੋਂ ਆਈ ਹੈ ਪ੍ਰਸ਼ਾਦ ਪਾਣੀ ਲੈ ਕੇ, ਇਹ ਰਸ਼ ਕਾਹਦਾ ਬੜਾ ਰੌਲਾ ਰੱਪਾ ਪਿਆ, ਬੜੀ ਪਬਲਿਕ ਇਕੱਠੀ ਹੋਈ ਹੈ? ਪਤਨੀ ਕਹਿੰਦੀ ਹੈ ਮੈਂ ਪਿੰਡ ਦੀਆਂ ਬੀਬੀਆਂ ਕੋਲੋਂ ਸੁਣਿਆ, ਮੈਂ ਪਿੰਡ ਦੀਆਂ ਭਾਈਆਂ ਕੋਲੋਂ ਸੁਣਿਆ, ਆਪਣੇ ਇਲਾਕੇ 'ਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਏ। ਹੁਣ ਅੰਦਾਜ਼ਾ ਲਾਓ, ਜਿਹਦਾ ਨਾਂ ਸੁਣਿਆ ਹੋਵੇ ਤੇ ਉਹ ਇਲਾਕੇ 'ਚ ਆਏ ਹੋਣ। ਮੈਂ ਸੁਣਿਆ ਪਿੰਡ ਦੀਆਂ ਬੀਬੀਆਂ ਕੋਲੋਂ, ਪਿੰਡ ਦੀਆਂ ਭਾਈਆਂ ਕੋਲੋਂ ਕਿ ਆਪਣੇ ਇਲਾਕੇ 'ਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਏ ਨੇ। ਕਹਿੰਦਾ ਸੱਚ ਹੈ? ਕਿਸਾਨ ਕਹਿੰਦੀ ਬਿਲਕੁਲ ਮੈਂ ਸੁਣਿਆ। ਕਹਿੰਦਾ ਜੇ ਸੱਚ ਹੈ ਤੇ ਚੱਲ ਆਪਾਂ ਵੀ ਦਰਸ਼ਨ ਕਰਨ ਚੱਲੀਏ। ਉਹ ਕਹਿੰਦੀ ਵੀ ਉਹਨਾਂ ਦੇ ਦਰਸ਼ਨ ਕਰਨ ਜਾਵਾਂਗੇ, ਜਿਵੇਂ ਆਪਾਂ ਖੇਤਾਂ 'ਚੋਂ ਕੰਮ ਕਰਕੇ ਆਏ ਹੋਈਏ ਤੇ ਆਪਾਂ ਕਹੀਏ ਗੁਰਦੁਆਰੇ ਸਮਾਗਮ ਹੈ, ਤੇ ਉਹ ਕਹੀਏ ਪਹਿਲਾਂ ਨਹਾ ਧੋ ਤੇ ਲਓ, ਕੱਪੜੇ ਸਾਫ਼ ਸੁਥਰੇ ਤੇ ਪਾ ਲਓ। ਆਂਦਾ ਇੰਨਾ ਟਾਈਮ ਹੈ ਨਹੀਂ। ਕਹਿੰਦਾ ਏਦਾਂ ਜਾਣਾ ਆਪਾਂ ਤੇ। ਉਹ ਕਿਸਾਨ ਕਹਿੰਦਾ ਜੇ ਤੇ ਗੁਰੂ ਤੇਗ ਬਹਾਦਰ ਸਾਹਿਬ ਹੀ ਹੋਏ ਫਿਰ ਉਹਨਾਂ ਮੇਰੇ ਕੱਪੜਿਆਂ ਵੱਲ ਨਹੀਂ ਵੇਖਣਾ, ਫਿਰ ਮੇਰਾ ਪਿਆਰ ਵੇਖਣਗੇ, ਤੇ ਜੇ ਕੋਈ ਹੋਰ ਹੋਇਆ ਫਿਰ ਅਗਲਿਆਂ ਬਾਹੋਂ ਫੜ ਕੇ ਬਾਹਰ ਕੱਢ ਦੇਣਾ। ਆ ਲੀਡਰ ਦੇ ਵਿਖਾਵੇ ਵੇਲੇ ਕਰਦੇ ਆ ਨਾ, ਬਾਬੇ ਦੇ ਵਿਖਾਵੇ ਵੇਲੇ ਕਰਨਗੇ ਨਾ, ਜਦੋਂ ਲੋੜ ਪੈ ਜੇ ਫਿਰ ਕਿਸੇ ਮਹਾਤੜ ਦੇ ਘਰ ਜਾਣਗੇ। ਪਾਤਸ਼ਾਹ ਨੇ ਨਾ ਕਿਸੇ ਕੋਲੋਂ ਵੋਟ ਲੈਣੀ ਹੈ ਤੇ ਨਾ ਉਹਨਾਂ ਨੂੰ ਕਿਸੇ ਚੇਲੇ ਦੀ ਲੋੜ ਹੈ, ਕਿਉਂਕਿ ਸਤਿਗੁਰ ਮੇਰਾ ਬੇਮੋਹਤਾਜ, ਸਤਿਗੁਰ ਮੇਰਾ ਸੱਚਾ ਸਾਜ। ਬੇਮੋਹਤਾਜ ਸਮਝਦੇ ਹੋ? ਦੁਕਾਨਦਾਰ ਗਾਹਕਾਂ ਦਾ ਮੁਹਤਾਜ ਹੈ, ਦੁਕਾਨ ਤੇ ਗਾਹਕ ਨਾ ਆਵੇ ਤੇ ਦੁਕਾਨ ਕਾਦੀ? ਪੈਟਰੋਲ ਪੰਪ ਦਾ ਮਾਲਕ ਗੱਡੀਆਂ ਦਾ ਮੁਹਤਾਜ ਹੈ। ਜੇ 2 ਟੈਂਕਰ ਡੀਜ਼ਲ ਦੇ ਲੱਗਦੇ ਨੇ, 1 ਟੈਂਕਰ ਪੈਟਰੋਲ ਦਾ ਲੱਗਦਾ, 10 ਦਿਨ ਕੋਈ ਪੈਟਰੋਲ ਪੰਪ ਤੇ ਗੱਡੀ ਨਾ ਆਵੇ, ਉਹਨੂੰ ਕਹਿੰਦਾ ਵੇਚੂੰਗਾ ਕੀ ਤੇ ਖਾਊਂਗਾ ਕੀ? ਉਹ ਮੁਹਤਾਜ ਹੈ। ਇੱਕ ਲੀਡਰ ਵੋਟਰ ਦਾ ਮੁਹਤਾਜ ਹੈ, ਵੋਟਰ ਲੀਡਰ ਦਾ ਮੁਹਤਾਜ ਹੈ। ਬਾਬਾ ਚੇਲੇ ਦਾ ਮੁਹਤਾਜ ਹੈ, ਚੇਲੇ ਘੜ ਗਏ ਤੇ ਬਾਬਾ ਕਾਹਦਾ? ਚੇਲਾ ਬਾਬੇ ਦਾ ਮੁਹਤਾਜ ਹੈ। ਗੁਰੂ ਕਿਸੇ ਦਾ ਮੁਹਤਾਜ ਨਹੀਂ। ਮੈਂ ਕਹਾਂ ਮੈਂ ਨਹੀਂ ਗੁਰੂ ਨੂੰ ਮੰਨਦਾ, ਕੀ ਫਰਕ ਪਵੇਗਾ? ਕਿਉਂਕਿ ਜੇ ਸਭ ਮਿਲ ਕੇ ਆਖਣ ਪਾਹੇ, ਸਾਰੀ ਦੁਨੀਆ ਕਹੇ ਰੱਬ ਜੀ ਤੁਸੀਂ ਬਹੁਤ ਵੱਡੇ ਹੋ, ਗੁਰੂ ਜੀ ਤੁਸੀਂ ਬਹੁਤ ਵੱਡੇ ਹੋ, ਉਹਨੇ ਸਾਡੇ ਕਹਿਣ ਨਾਲ ਵੱਡੇ ਨਹੀਂ ਹੋਣਾ। ਅਸੀਂ ਕਹੀਏ ਗੁਰੂ ਜੀ ਤੁਸੀਂ ਬਹੁਤ ਛੋਟੇ ਹੋ, ਸਾਡੇ ਕਹਿਣ ਨਾਲ ਗੁਰੂ ਨੇ ਛੋਟੇ ਨਹੀਂ ਹੋ ਜਾਣਾ। ਜੇ ਸਭ ਮਿਲ ਕੇ ਆਖਣ ਪਾਹੇ, ਅੱਗੇ ਪੜੋ ਹੁਣ।
ਵੱਡਾ ਨਾ ਹੋਵੇ। ਇਹ ਜਿਹੜਾ ਵੱਡਾ ਨਾ ਹੋਵੇ, ਘਾਟ ਨਾ ਜਾਏ, ਇਹ ਬੰਦਾ ਹੈ ਜਿਹਨੂੰ ਤੁਸੀਂ ਦੋ ਸ਼ਬਦ ਬੋਲਦੇ ਹੋ। ਕਿਤੇ ਪ੍ਰਾਹੁਣਾ ਆਇਆ ਹੋਵੇ ਸਹੁਰੇ ਘਰ ਤੇ ਦੋ ਸਾਂਢੂ ਇਕੱਠੇ ਆਏ ਆ ਜਾਣ, ਇੱਕ ਦੀ ਤਾਰੀਫ ਮਾੜੀ ਜੀ ਵੱਧ ਕਰ ਦੋ, ਤੇਰੀ ਗੱਡੀ ਕਮਾਲ ਦੀ, ਏਦਾਂ ਬਿਠਾ ਕੇ ਕਹਿ ਦੇਣ ਪ੍ਰਾਹੁਣਾ ਸਾਹਿਬ ਤੁਹਾਡੀ ਗੱਡੀ ਕਮਾਲ ਦੀ, ਤੂੰ ਮਾਤੜ ਨੂੰ ਲਾ ਕੇ ਪੁੱਛਣ ਨਾ, ਉਹ ਫੁੱਲ ਬਹੀ ਜਾਵੇ, ਅਗਲੀ ਵਾਰੀ ਦੂਜੇ ਦੀ ਤਾਰੀਫ ਕਰ ਦਿਓ। ਇਹਨੂੰ ਪੁੱਛਿਓ ਨਾ, ਉਹਨੇ ਕਹਿਣਾ ਹੁਣ ਨਹੀਂ ਸਹੁਰੇ ਜਾਣਾ, ਘਰ ਵਾਲੀ ਨੂੰ ਕਹੂਗਾ ਤੂੰ ਕੱਲੀ ਚੱਲ ਜਾ ਕਰ, ਮੇਰੀ ਤਾਂ ਇੱਜ਼ਤ ਹੀ ਨਹੀਂ ਕਰਦੇ, ਰਿਸਪੈਕਟ ਹੀ ਕੋਈ ਨਹੀਂ ਕਰਦੇ। ਇਹਦਾ ਮਤਲਬ ਇਹ ਹੋਇਆ ਉਹਨਾਂ ਦੇ ਦੋ ਸ਼ਬਦ ਬੋਲਣ ਨਾਲ ਤੂੰ ਵੱਡਾ ਹੋ ਗਿਆ ਤੇ ਦੋ ਸ਼ਬਦ ਨਾ ਬੋਲਣ ਨਾਲ ਤੂੰ ਛੋਟਾ ਹੋ ਗਿਆ। ਫਿਰ ਤੇਰੇ ਆਪਣੇ ਪੱਲੇ ਤੇ ਕੁਝ ਵੀ ਨਹੀਂ ਸੀ। ਹੁਣ ਕੋਈ ਬੰਦਾ ਜਾਵੇ ਜੀ ਸਰੋਪਾ ਮਿਲੇ ਤੇ ਮੈਂ ਵੱਡਾ ਹੁੰਨਾ, ਜੇ ਸਰੋਪਾ ਨਾ ਮਿਲੇ ਤੇ ਮੈਂ ਛੋਟਾ ਹੁੰਨਾ, ਫਿਰ ਇਹਦਾ ਮਤਲਬ ਸਰੋਪੇ ਪੈਣ ਹੀ ਤੂੰ ਵੱਡਾ ਹੁੰਨਾ। ਤੇਰੇ ਬਾਰੇ ਕੋਈ ਦੋ ਸ਼ਬਦ ਨਾ ਬੋਲੇ ਤੂੰ ਛੋਟਾ ਹੋ ਜਾਣਾ, ਨਹੀਂ। ਤੂੰ ਆਪਣੇ ਪੱਲੇ ਗੋਹਣੇ ਤਾਂ ਦੇ ਪੈਦਾ ਕਰ ਕਿ ਤੇਰੇ ਕੰਮਾਂ ਕਰਕੇ ਤੂੰ ਵੱਡਾ ਹੋਵੇ। ਤੇਰੇ ਬਾਰੇ ਕੋਈ ਨਾ ਵੀ ਦੋ ਸ਼ਬਦ ਬੋਲੇ ਤੇ ਕੀ ਫਰਕ ਪੈਂਦਾ ਹੈ? ਉਹ ਗੁਰੂ ਹੈ ਜਿਹੜਾ ਆਪਣੇ ਆਪ 'ਚ ਵੱਡਾ ਹੈ। ਆਂਦਾ ਭਾਗਾਂ ਵਾਲੀਏ, ਜੇ ਤੇ ਸੱਚੇ ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਫਿਰ ਤੂੰ ਅੱਜ ਨਜ਼ਾਰਾ ਵੇਖੀ, ਫਿਰ ਕੱਪੜੇ ਨਹੀਂ ਵੇਖਣਗੇ, ਕਿਉਂਕਿ ਮੈਂ ਇਹਨਾਂ ਬਾਰੇ ਸੁਣਿਆ। ਕਿਉਂਕਿ ਜੈਸਾ ਸਤਿਗੁਰੂ ਸੁਣੀਦਾ, ਸਾਰੇ ਬੋਲੋ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਤੁਰ ਪਏ ਪਤੀ ਪਤਨੀ, ਪ੍ਰਸ਼ਾਦੇ ਲੈ ਕੇ ਆਈ ਸੀ, ਅਚਾਰ ਨਾ ਗੰਢਾ ਸੀ ਕੋਲ ਤੇ ਸਧਾਰਨ ਜੇ ਪੌਣੇ ਦੇ ਵਿੱਚ ਵੱਜੇ ਹੋਏ ਨੇ। ਤੇ ਪਤਨੀ ਪੁੱਛਦੀ ਹੈ ਸਿਰ ਦਿਆ ਸਾਈਆਂ, ਮੈਂ ਸੁਣਿਆ ਜਦੋਂ ਗੁਰੂ ਕੋ ਜਾਈਏ ਕੁਝ ਨਾ ਕੁਝ ਲੈ ਕੇ ਜਾਈਦਾ, ਆਪਾਂ ਤੇ ਖਾਲੀ ਹੱਥ ਹੀ ਤੁਰ ਪਏ। ਕਹਿੰਦਾ ਭਾਗਾਂ ਵਾਲੀਏ, ਮੈਨੂੰ ਲੱਗੀ ਭੁੱਖ, ਸਵੇਰ ਤੜਕੇ ਦਾ ਖੇਤਾਂ 'ਚ ਆਇਆ, ਆਹ ਜਿਹੜੀ ਖੁਰਾਕ ਹੈ ਮੇਰੇ ਸਰੀਰ ਨੂੰ ਚਾਹੀਦੀ ਆ, ਪਰ ਮੈਂ ਚਾਹੁੰਦਾ ਵੀ ਇਹ ਮੈਂ ਖੁਰਾਕ ਆਪਣੇ ਗੁਰੂ ਲਈ ਲੈ ਕੇ ਜਾਵਾਂ। ਇਹ ਤੋਂ ਵੱਡੀ ਭੇਟਾ ਕਿਹੜੀ ਹੋਏਗੀ? ਤੁਹਾਨੂੰ ਲੱਗੀ ਹੋਵੇ ਭੁੱਖ ਤੇ ਪ੍ਰਸ਼ਾਦੇ ਹੁਣ ਦੋ ਤਿੰਨ ਤੁਹਾਡੇ ਕੋਲ, ਤੇ ਕਿਸੇ ਨੂੰ ਤੁਸੀਂ ਉਸ ਪ੍ਰਸ਼ਾਦੇ ਚੋਂ ਕੀ ਸਾਰਾ ਪ੍ਰਸ਼ਾਦਾ ਛਕਾ ਦਿਓ, ਅਰਬਾਂ ਰੁਪਈਆ ਖਰਬਾਂ ਰੁਪਈਆ ਵੀ ਉਸ ਭੇਟਾ ਦਾ, ਉਸ ਪਿਆਰ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਕਰ ਸਕਦਾ ਜੀ? ਕਿਉਂਕਿ ਤੁਹਾਨੂੰ ਉਸ ਵਕਤ ਖੁਰਾਕ ਦੀ ਲੋੜ ਹੈ। ਅਜੇ ਤੁਹਾਡੇ ਕੋਲ ਵੱਧ ਜਾਏ ਤੇ ਗੱਲ ਹੋਰ ਹੈ ਕਿ ਤੁਸੀਂ ਪੇਟ ਭਰ ਕੇ ਰੋਟੀ ਖਾ ਲਈ ਸੀ ਤੇ ਫੇਰ ਕਹੋ। ਇੱਕ ਫਰਕ ਹੁੰਦਾ ਨਾ, ਇੱਕ ਬੰਦਾ ਖਾਣ ਤੋਂ ਪਹਿਲਾਂ ਆਵਾਜ਼ ਮਾਰਦਾ। ਵੇਖੋ ਕਈਆਂ ਘਰਾਂ ਦੀ ਕਲਚਰ ਹੁੰਦਾ ਸੀ ਖੇਤਾਂ 'ਚ ਰੋਟੀ ਜਾਣੀ, ਜੇ ਦੋ ਬੰਦੇ ਖੇਤਾਂ 'ਚ, ਬੀਬੀਆਂ ਨੇ ਚਾਹੁੰਦੀ ਭੇਜਣੀ, ਲਾਗੇ ਕੋਈ ਹੋਰ ਵੀ ਹੋਊ। ਉਹ ਪਤਾ ਲੱਗਦਾ ਸੀ ਇਹ ਮਾਵਾਂ, ਤੇ ਇਹੋ ਜਿਹੀਆਂ ਮਾਵਾਂ ਨੂੰ 5 ਕਿੱਲਿਆਂ ਤੋਂ 50 ਕਿੱਲਿਆਂ ਦੇ ਮਾਲਕ ਵੀ ਬਣਾਇਆ ਰੱਬ ਨੇ। ਇਹੋ ਜਿਹੀਆਂ ਬੀਬੀਆਂ ਨੂੰ ਸਧਾਰਨ ਘਰਾਂ ਤੋਂ ਵੱਡੀਆਂ ਕੋਠੀਆਂ ਕਾਰਾਂ ਵੀ ਦੇਤੀਆਂ। ਤੇ ਕਈਆਂ ਦੀ ਸੋਚ ਉਲਟ ਹੁੰਦੀ ਹੈ, ਤੂੰ ਤੇ ਖਾਣਾ ਹੁੰਦਾ ਲਾਗੇ ਵਗ ਹੋਰ ਵੀ ਬਿਠਾ ਛੱਡਦਾ, ਤੂੰ ਕੀ ਤਮਾਸ਼ਾ ਜਿਹਾ ਬਣਾਇਆ। ਉਹ ਫਿਰ ਵੱਡੀਆਂ ਕੋਠੀਆਂ ਤੋਂ ਅੱਗੇ ਬੋਲੋ ਜੀ, ਠਾਂ ਨੂੰ ਵੀ ਕੰਮ ਆ ਜਾਂਦਾ। ਨੀਅਤ, ਜੇ ਤੁਹਾਡੀ ਨੀਅਤ ਸਾਫ਼ ਹੈ ਤੇ ਘਰ ਦੀ ਟੂਟੀ ਤੇ ਨਲਕੇ ਦਾ ਪਾਣੀ ਕਿਸੇ ਸਰੋਵਰ ਦੇ ਜਲ ਨਾਲੋਂ ਘੱਟ ਨਹੀਂ। ਜੇ ਤੁਹਾਡੀ ਨੀਅਤ ਖੋਟੀ ਹੈ, ਤੁਸੀਂ ਤਾਂ ਸਰੋਵਰ ਦਾ ਜਲ ਲਿਆ ਕੇ ਵੀ ਉਹਨੂੰ ਜ਼ਹਿਰ ਬਣਾ ਦੇਣਾ ਹੈ। ਨਾਨਕ ਘਰ ਹੀ ਬੈਠਿਆਂ ਸ਼ਹਿ ਮਿਲੇ, ਅੱਗੇ ਬੋਲੋ, ਜੇ ਨੀਅਤ ਰਾਸ ਕਰੇ। ਘਰ ਆਏ ਬੰਦੇ ਨੂੰ ਰੋਟੀ ਤਾਂ ਖਵਾ ਹੀ ਦੇਣੀ ਹੈ, ਇੱਕ ਦੀ ਰੋਟੀ ਖੁਸ਼ ਹੋ ਕੇ ਖਵਾਉਣੀ। ਕਈ ਬੀਬੀਆਂ ਤੁਸੀਂ ਵੇਖਿਆ ਨਾ, ਚਾਹ ਚੜ ਜਾਣਾ ਵੀ ਨਹੀਂ, ਜਾਨ ਲਾ ਦਿਓ ਅਗਲੇ ਤੇ, ਜਿੰਨੇ ਜੋਗੇ ਆ ਭਾਵੇਂ ਅਚਾਰ ਨਾਲ ਹੀ ਖਵਾਓ, ਪਰ ਖਵਾਓ ਪਿਆਰ ਨਾਲ। ਤੇ ਜੱਜਮੈਂਟ ਮਹਿਮਾਨ ਵੀ ਕਰ ਜਾਂਦਾ। ਜਿਹੜਾ ਮਹਿਮਾਨ ਆਇਆ ਹੁੰਦਾ ਨਾ ਇੱਕ ਦੂਜੇ ਦੇ ਘਰ, ਉਹ ਚਾਹ ਲੇਟ ਆਉਣ ਤੋਂ ਹਿਸਾਬ ਲਾ ਲੈਂਦਾ ਵੀ ਜਿਹੜੀ ਚਾਹ ਲੇਟ ਆਈ ਹੈ ਇਹ ਬੰਦੇ ਦੀ ਠੀਕ ਹੀ ਆ ਘਰ 'ਚ। ਬੋਲੋ ਵੀ, ਤੇ ਜੇ ਤੇ ਬੈਠਿਆਂ 2-4 ਮਿੰਟ 'ਚ ਪਾਣੀ ਆ ਜਾਏ, ਚਾਹ ਆ ਜਾਏ, ਸਭ ਕੁਝ ਆ ਜਾਏ, ਸਮਝ ਆ ਜਾਂਦੀ ਵੀ ਇਹ ਹਿਸਾਬ ਵੀ ਹੈਗਾ ਤੇ ਬਹਾਦਰ ਵੀ ਹੈਗਾ। ਹਿਸਾਬ ਬਹਾਦਰ। ਤੇ ਜੇ ਤੇ ਲੇਟ ਹੋ ਜਾਏ, ਸਮਝ ਆ ਜਾਂਦੀ ਵੀ ਸਾਹਿਬ ਆ ਘਰ ਤੋਂ ਬਾਹਰ। ਅੱਗੇ ਬੋਲੋ। ਹੁਣ ਮੈਂ ਪਹਿਲਾਂ ਕਹਿਤਾ ਵੀ ਤੁਸੀਂ ਗਲਤੀ ਕਰ ਬੈਠੇ ਡਾਕਟਰ ਸਾਹਿਬ, ਸੱਦ ਕੇ ਗੱਲਾਂ ਮੇਰੀਆਂ ਸਿੱਧੀਆਂ ਜਿਹੀਆਂ ਹੁੰਦੀਆਂ ਵੀ ਅੱਜ ਸਮੱਸਿਆ ਇੱਥੇ ਖਲੋਤੀ ਹੋਈ ਹੈ। ਅਸੀਂ ਸੱਚ ਸੁਣਨਾ ਨਹੀਂ ਚਾਹੁੰਦੇ। ਜੇ ਮਰੀਜ਼ ਡਾਕਟਰ ਦੇ ਕੋਲ ਜਾ ਕੇ ਆਪਣੀ ਬਿਮਾਰੀ ਬਾਰੇ ਸੁਣਨਾ ਹੀ ਨਾ ਚਾਹੇ ਤੇ ਮਰੀਜ਼ ਠੀਕ ਕਿੱਦਾਂ ਹੋਏਗਾ? ਮਰੀਜ਼ ਠੀਕ ਹੀ ਤਾਂ ਹੋਏਗਾ ਜਿੱਥੇ ਡਾਕਟਰ ਦੱਸੇਗਾ ਮਿੱਠਾ ਬੜਾ ਪਸੰਦ ਹੀ ਨਾ, ਅੱਜ ਤੋਂ ਬਾਅਦ ਬੰਦ ਕਰ ਦੇ, 4 ਸਾਲ ਜੀਣਾ, 4 ਸਾਲ ਜੀਣਾ ਚਾਹੁੰਦਾ।
ਤੁਰ ਪਏ ਪਤੀ ਪਤਨੀ, ਠੀਕ ਹੈ ਜੀ। ਗੁਰੂ ਤੇਗ ਬਹਾਦਰ ਸਾਹਿਬ ਬੈਠੇ ਨੇ, ਸੰਗਤਾਂ ਨਾਲ ਵਿਚਾਰ ਕਰ ਰਹੇ ਨੇ। ਕੜਮ ਚੌਧਰੀ ਹਰ ਥਾਂ ਤੇ ਹੁੰਦੇ ਨੇ, ਉੱਥੇ ਵੀ 2 ਪਹਿਰੇ ਤੇ ਖਲੋਤੇ ਸੀ। ਉਹਨਾਂ ਉਹਦੇ ਕੱਪੜੇ ਵੇਖ ਕੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਨਿਗਾਹ ਪੈ ਗਈ। ਇੱਦਾਂ ਨਿਗਾਹ ਪੈ ਗਈ। ਕਹਿੰਦੇ ਉਹ ਜਿਹੜੇ ਪਤੀ ਪਤਨੀ ਹੈ ਉਹਨਾਂ ਨੂੰ ਅੰਦਰ ਆਉਣ ਦਿਓ, ਲੱਗਦਾ ਹੈ ਵੀ ਕੋਈ ਗੱਲਬਾਤ ਕਰਨ ਆਏ ਨੇ। ਉਹਨਾਂ ਨੂੰ ਪਹਿਰੇਦਾਰ ਨੇ ਅੱਗੇ ਲੈ ਆਂਦਾ। ਪੁੱਛਦੇ ਮਹਾਰਾਜ ਕਿੱਥੋਂ ਆਏ ਜੇ? ਕਹਿੰਦੇ ਜੀ ਇਹੋ ਸਮਾਓ ਪਿੰਡ ਹੈ ਸਾਡਾ, ਮਾਨਸੇ ਜ਼ਿਲ੍ਹੇ 'ਚ ਪਿੰਡ ਹੈ ਸਮਾਓ, ਇਹ ਅਸੀਂ ਇਸੇ ਪਿੰਡ ਦੇ ਹਾਂ ਮਹਾਰਾਜ। ਹਾਂ ਦੱਸੋ ਮਹਾਰਾਜ, ਮੈਂ ਤੁਹਾਡੇ ਬਾਰੇ ਸੁਣਿਆ ਬਹੁਤ ਹੈ, ਤੁਹਾਡੀ ਸ਼ਖਸੀਅਤ ਤੋਂ, ਤੁਹਾਡੇ ਪ੍ਰਚਾਰ ਤੋਂ, ਤੁਹਾਡੀ ਰਹਿਣੀ ਬਹਿਣੀ ਤੋਂ ਬੜਾ ਪ੍ਰਭਾਵਿਤ ਹਾਂ ਜਿੰਨਾ ਮੈਂ ਸੁਣਿਆ। ਮੈਂ ਮਹਾਰਾਜ ਆ ਥੋੜ੍ਹੀ ਦੂਰ ਮੇਰੇ ਖੇਤ ਨੇ, ਮੈਂ ਖੇਤਾਂ 'ਚ ਸਵੇਰ ਦਾ ਕੰਮ ਕਰ ਰਿਹਾ ਸੀ। ਮੇਰੀ ਪਤਨੀ ਮੇਰੇ ਲਈ ਰੋਟੀ ਲੈ ਕੇ ਆਈ, ਤੇ ਜਦੋਂ ਮੈਂ ਆਪਣੀ ਪਤਨੀ ਨੂੰ ਪੁੱਛਿਆ, ਉਹਨਾਂ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਇਲਾਕੇ 'ਚ ਆਏ ਨੇ। ਤੇ ਮੈਂ ਸੋਚਿਆ ਮੈਂ ਵੀ ਦਰਸ਼ਨ ਕਰਕੇ ਆਵਾਂ, ਮੈਂ ਵੀ 2 ਬਚਨ ਸੁਣ ਕੇ ਆਵਾਂ। ਤੇ ਮਹਾਰਾਜ ਮੇਰੇ ਕੋਲ ਹੋਰ ਤੇ ਕੁਝ ਨਹੀਂ ਸੀ ਭੇਟਾ ਦੇਣ ਲਈ। ਆ ਪ੍ਰਸ਼ਾਦਾ ਜਿਹੜੀ ਮੇਰੀ ਪਤਨੀ ਲੈ ਕੇ ਕੰਬਦੇ ਹੱਥਾਂ ਨਾਲ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਕੀਤੀ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਦੇ ਦੋਨਾਂ ਹੱਥਾਂ 'ਚੋਂ ਪ੍ਰਸ਼ਾਦਾ ਲਿਆ, ਉਹਦੇ ਨਿੱਕੇ ਨਿੱਕੇ ਟੁਕੜੇ ਕਰਕੇ ਸਿੱਖ ਨੂੰ ਕਹਿ ਨੂੰ ਸੰਗਤ ਵਿੱਚ ਵਰਤਾ ਦੇ, ਇਹ ਪ੍ਰਸ਼ਾਦ ਹੈ, ਇਹਨੂੰ ਵਰਤਾ ਦੇ। ਉਸ ਪਿੰਡ ਵਿੱਚ ਬੜੇ ਅਮੀਰ ਬੰਦੇ ਵੀ ਹੋਣਗੇ ਉਸ ਵਕਤ, ਪਰ ਕੋਈ ਕਿਸੇ ਨੂੰ ਨਹੀਂ ਪਤਾ। ਪਰ ਅੱਜ ਵੀ ਉਸ ਕਿਸਾਨ ਦੇ ਨਾਮ ਦਾ ਪਿੰਡ ਵਿੱਚ ਗੁਰਦੁਆਰਾ ਬਣਿਆ। ਕਦੀ ਪੰਜਾਬ ਗਏ, ਮਾਨਸੇ ਜ਼ਿਲ੍ਹੇ ਵਿੱਚ ਸਮਾਓ ਪਿੰਡ ਹੈ, ਕਿਸਾਨ ਦੀ ਯਾਦਗਾਰ ਵਿੱਚੋਂ ਗੁਰਦੁਆਰਾ ਬਣਿਆ। ਇਹ ਤੋਂ ਪਤਾ ਲੱਗਦਾ ਕਿ ਜਦੋਂ ਖੇਤਾਂ 'ਚ ਕੰਮ ਕਰਨ ਵਾਲੇ ਆਮ ਮਜ਼ਦੂਰ ਦਿਹਾੜੀਦਾਰ ਦੇ ਅੰਦਰ ਵੀ ਗੁਰੂ ਪਾਤਸ਼ਾਹ ਦੀ ਸ਼ਖਸੀਅਤ ਦਾ ਪ੍ਰਭਾਵ ਹੋਏਗਾ। ਇਹੋ ਵਜ੍ਹਾ ਸੀ ਜਿੱਦਣ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਹਜ਼ੂਰ ਸਾਹਿਬ ਤੋਂ ਚੱਲੇ, ਹਰ ਵਿਅਕਤੀ ਚਾਹੁੰਦਾ ਸੀ ਕਿ ਪਾਤਸ਼ਾਹ ਜੀ ਜਾਨਾਂ ਵਾਰ ਦਿਆਂਗਾ ਤੁਹਾਡੇ ਬਦਲੇ ਜਿਹੜੀ ਤੁਸੀਂ ਲਹਿਰ ਖੜੀ ਕੀਤੀ ਹੈ। ਇਹੋ ਜਿਹੇ ਕਿਰਤੀ ਬੰਦਿਆਂ ਨੇ ਦਰਾ ਖੈਬਰ ਦੇ ਰਾਹ ਬੰਦ ਕੀਤੇ ਸਨ। ਇਹੋ ਜਿਹੇ ਕਿਰਤੀ ਬੰਦਿਆਂ ਨੇ ਅਬਦਾਲੀ ਤੇ ਨਾਦਰ ਸ਼ਾਹ ਵਰਗਿਆਂ ਦੇ ਘੋੜਿਆਂ ਦੇ ਪੈਰਾਂ ਥੱਲੇ ਐਸੀ ਅੱਗ ਵਾਲੀ, ਅਗਲਿਆਂ ਨੂੰ ਭੱਜਣ ਨੂੰ ਰਾਹ ਨਹੀਂ ਲੱਭਾ। ਤੇ ਜੇ ਉਸ ਘਟਨਾ ਨੂੰ ਅਜੋਕੇ ਸਮੇਂ ਨਾਲ ਜੋੜੋਗੇ, ਅੱਜ ਵੀ ਕਿਰਤੀਆਂ ਨੇ ਹੀ ਤਖਤ ਹਿਲਾਏ ਨੇ, ਅੱਜ ਵੀ ਮਿਹਨਤ ਮਜ਼ਦੂਰ ਵਾਲਿਆਂ ਨੇ ਹੀ ਤਖਤ ਹਿਲਾਏ ਨੇ। ਪਤਾ ਹੈ ਕਿ ਇਹ ਕੋਈ ਆਮ ਬੰਦੇ ਨਹੀਂ, ਇਹ ਕੋਈ ਆਮ ਬੰਦੇ ਅੱਖਾਂ ਨਾਲ ਵੇਖਿਆ ਅਸੀਂ। ਸਵੇਰੇ ਟਰਾਲੀਆਂ 'ਚ ਆਸਾ ਕੀ ਵਾਰ ਦਾ ਪਾਠ ਹੋ ਰਿਹਾ ਹੈ, ਸਵੇਰੇ ਬਾਣੀ ਪੜ੍ਹੀ ਜਾ ਰਹੀ ਹੈ। 12-1 ਵਜੇ ਤੱਕ ਤਾਂ ਸੰਯੁਕਤ ਮੋਰਚੇ ਦੀ ਸਟੇਜ ਤੋਂ ਬਾਣੀ ਦੀ ਵਿਚਾਰ ਹੁੰਦੀ ਸੀ, ਕੀਰਤਨ, ਪਾਠ, ਕਥਾ, ਢਾਡੀ ਵਾਰਾਂ, ਪੂਰਾ ਧਾਰਮਿਕ ਮਾਹੌਲ ਸੀ ਉੱਥੇ। ਮਗਰਲੇ 2, 2.5, 3 ਘੰਟੇ ਬਾਕੀ ਵੱਖ-ਵੱਖ ਕਿਸਾਨ ਆਗੂ ਆਪਣਾ ਆਪਣਾ ਵਿਚਾਰ ਦਿੰਦੇ ਸੀ। ਉੱਥੇ ਹਰ ਇੱਕ ਵਰਗ ਨੇ ਸਹਿਯੋਗਤਾ, ਭਾਵੇਂ ਗਾਜੀਪੁਰ ਦੀ ਗੱਲ ਹੈ, ਭਾਵੇਂ ਟਿਕਰੀ ਦੀ ਗੱਲ ਹੈ, ਭਾਵੇਂ ਸਿੰਘੂ ਤੇ ਕੁੰਡਲੀ ਬਾਰਡਰ ਦੀ ਗੱਲ ਹੈ, ਹਰ ਇੱਕ ਸਟੇਟ, ਹਰ ਇੱਕ ਇਲਾਕੇ ਦੇ ਕਿਸਾਨ ਤੇ ਮਜ਼ਦੂਰ ਨੇ ਮੋਢੇ ਨਾਲ ਮੋਢਾ ਜੋੜ ਕੇ ਜੰਗ ਲੜੀ ਹੈ, ਤਾਂ ਜਾ ਕੇ ਜਿੱਤ ਸਾਡੇ ਹਿੱਸੇ ਆਈ ਹੈ। ਹੁਣ ਇਸ ਘਟਨਾ ਨੂੰ ਧਿਆਨ ਨਾਲ ਸੁਣਿਓ। ਹੁਣ ਉਹ ਕਿਰਤੀ ਸਿੱਖ ਗੁਰੂ ਸਾਹਿਬ ਜੀ ਦੇ ਕੋਲ ਆਇਆ, ਕਿਰਤੀ ਵਿਅਕਤੀ ਆਇਆ ਗੁਰੂ ਸਾਹਿਬ ਦੇ ਕੋਲ ਆਣ ਕੇ, ਉਹਨੇ ਆਪਣਾ ਆਪ ਗੁਰੂ ਦੇ ਹਵਾਲੇ ਕਰ ਦਿੱਤਾ। ਕਿੰਨਾ ਪਿਆਰ ਜਾਗਿਆ ਹੋਏਗਾ। ਅੱਜ ਅਜੋਕੇ ਸਮੇਂ 'ਚ ਤੁਸੀਂ ਆਪਣੇ ਵੱਡੇ ਵੱਡੇ ਇਤਿਹਾਸਕ ਸਥਾਨਾਂ ਦੀ ਹਾਲਤ ਵੇਖੋ, ਜਿੱਥੇ ਜਿੰਨੇ ਪੈਸੇ ਵੱਧ ਦੇਵੇ ਉਹਦੇ ਹਿਸਾਬ ਨਾਲ ਉਹਨੂੰ ਸਰੋਪਾਉ ਦਿੱਤਾ ਜਾਂਦਾ ਹੈ। ਕਿ ਇਹ ਸਿੱਖੀ ਗੁਰੂ ਨਾਨਕ ਸਾਹਿਬ ਜੀ ਦੀ ਹੈ? ਇੱਥੇ ਤੇ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅੰਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ। ਇੱਥੇ ਤੇ ਗੁਰੂ ਸਾਹਿਬ ਜੀ ਨੇ ਆਮ ਦਰਮਿਆਨੇ ਬੰਦਿਆਂ ਨਾਲ ਬੈਠ ਕੇ ਗੱਲਾਂ ਬਾਤਾਂ ਕੀਤੀਆਂ, ਪਿਆਰ ਕੀਤਾ। ਮੈਂ ਪਹਿਲਾਂ ਆਰੰਭ 'ਚ ਕਹੀ, ਅਜੋਕਾ ਰਾਜਨੀਤਿਕ ਬੰਦਾ ਵੋਟਾਂ ਵੇਲੇ ਕਰਦਾ ਹੈ। ਜਦੋਂ ਵੋਟਾਂ ਦੇ ਦਿਨ ਨੇੜੇ ਹੁੰਦੇ, ਫਿਰ ਉਹ ਟਿਊਬਵੈੱਲ 'ਤੇ ਵੀ ਜਾਂਦਾ, ਉਹ ਦਰਮਿਆਨੇ ਪਰਿਵਾਰਾਂ ਦੇ ਘਰਾਂ 'ਚ ਵੀ ਜਾਂਦਾ। ਤੇ ਸਾਡੇ ਬਾਬੇ ਵੀ ਜਿੱਡੀ ਵੱਡੀ ਕੋਠੀ ਹੋਏਗੀ ਓਡੇ ਵੱਡੇ ਦੇ ਘਰ ਜਾਣਗੇ। ਫਿਰ ਕਮਾਲ ਦੀ ਗੱਲ ਹੈ, ਘਰ ਦਾ ਮਾਲਕ ਪੈਰਾਂ 'ਚ ਬੈਠਾ ਹੈ ਤੇ ਬਾਬਾ ਜੀ, ਉੱਚੀ ਬੋਲੋ ਹੁਣ, ਬਾਬਾ ਜੀ ਸੋਫੇ ਤੇ ਬੈਠੇ ਨੇ। ਬਾਬਾ ਜੀ ਨੂੰ ਪਲੰਘ ਤੇ ਬਿਠਾਇਆ, ਜਵਾਈ ਵੀ ਥੱਲੇ ਬੈਠ। ਅੱਛਾ, ਕਮਾਲ ਦੀ ਗੱਲ, ਹੁਣ ਕਈਆਂ ਪਰਿਵਾਰਾਂ ਦੇ ਵਿੱਚ ਵੇਖਿਆ ਨਾ ਵੀ ਲੜਕੀ ਪਰਿਵਾਰ ਵਾਲੇ ਬਾਬੇ ਨੂੰ ਮੰਨਦੇ ਨੇ। ਭੈਣੋ ਥੋੜਾ ਸਮਾਂ ਹੋਰ ਹੈ, 3 ਵਜ ਚੱਲੇ, ਬਸ ਸਮਾਪਤੀ ਕਰਨ ਲੱਗੇ ਆਪਾਂ। ਜਦੋਂ 1-2 ਸਰੋਤਾ ਹਿੱਲ ਗਿਆ ਫਿਰ ਬਿਰਤੀ ਉਖੜ ਜਾਂਦੀ ਹੈ। ਬਸ 2-4 ਮਿੰਟ ਦੀ ਖੇਡ ਹੈ। ਧਿਆਨ ਨਾਲ ਸੁਣਿਓ ਗੱਲ।
कई बारी पेका घर बाबिਆਂ ਨਾਲ जुड़िया ਹੁੰਦਾ, जिस घर ਆਪਾਂ ਧੀ ਵਿਆਹੁੰਦੇ ਉਹ गुरु ग्रंथ साहब तो बिना किसी होर अगे मत्था नहीं टेकदा। जवाई गया अपने सहुरे घर, ਜਾਂਦੇ ਨੂੰ ਸੁਖਨਾ ਨਾ महापुरख सद्दिया सी, सारा टब्बर बाबा जी के पैरों 'ਚ बैठे, बाबा जी ਨੂੰ बिठाया पलंग ते। हुण जवाई अपने मस्ती 'ਚ अपने कमरे 'ਚ बैठा, ਉਹਨੂੰ ਕਹਿੰਦੇ तू भी टेक मत्था। ਉਹ ਕੀ ਅੱਗੇ ਕਹਿੰਦਾ भी तुसीं टेको भाई, जम जम टेको, मैं गुरु ग्रंथ साहब तो सिवाए किसी होर अगे सिर उच्ची बोलो नहीं झुकाउंदा। हुण पत्नी की गल आई, मां ने कहा धी नूं धीए तू तो टेक, तू तो बचपन तो टेकदी गई आ। वो अगे आंदी जे लड़ लाया ठीक है, तुसीं नहीं कुछ सिखाया, मैं हुण ओहदे लड़ लगी आ। वो जाके फतेह बुलाउंदा बाबे नूं, मैं भी गज के फतेह बुलाऊं। मैं हुण किसी बाबे दे पैरां 'च नहीं बहना, क्योंकि मेरे पति ने मैनू दस दिता कि गुरु ग्रंथ साहब तो बिना किसी होर अगे सिर नहीं झुकाउणा। हुण इदां ही मान लो तुहाडी धी पेकिਆਂ चों गुरु ग्रंथ साहब नूं मंनदी गई होवे ते अगे सारा परिवार बाबिਆਂ नूं मंनदा होवे। हुण ਉਹ नूं ਵਿਆਹੀ घर च गई, सारा परिवार बाबा आया, बाबा जी आए, चिट्टी विछाई हो गई, सोफिया ते विछ गया कपड़ा, फुੱਲ ले जांदे उत्ते सुੱਟਣ ਲਈ। नूं सोचदी आ असी गुरु ग्रंथ साहब का स्वरूप ही अपने घर लिया सी, इन्ना चाह सस नूं उदों नहीं चढ़िया, इन्ना चाह उदों सहुरे नूं नहीं चढ़िया, मेरे पति नूं नहीं चढ़िया। अज बाबा जी घर आ रहे तो चाह ही चाह, ये की भाना वापरदा। आगे बाबा जी बह गए, बाबा जी सोफे ते बारी खोलने वाला कोई होर, तौलिया फड़न वाला कोई होर, गड़वा फड़न वाला कोई होर, ते कईयां दा मीनू बन जांदा, बाबा जी आ नहीं खांदे, बाबा जी आ नहीं खांदे, चौल इदां दे होवे, दाल इदां दी होवे। खेखण नहीं हुंदे, इदां दा जवाक खेखण करे ना, पता बीबियां कहंदियां इहदा विआह कर दो, इदां दा जवाक करे ते कहंदे इहदा विआह कर दो, आपे कंन च पाण दुखणा, इहने ठंडियां खा जाणियां, ये मां दे सिर ते करदा। अच्छा जवाक करे ते खेखण ते बाबा करे ते लीला, ये महापुरखां दी लीला है, उन्हां दा पेट खराब हो जांदा है। रेत अक आहार का रोड़ा की गुर करी विछाई, भारी करी तपस्या वड्डे पाग हरसों बणियाई। बाबा पैदा सचखंड नौ नित नाम गरीबी पाई, बाबा दे के ध्यान धर जलती सा पृथ्वी दुसे आई। बाजों गुरु गुबान है, हा हा कर दी सुनी लुकाई, बाबे भेख बनाया उदासी की नी चलाई, चढ़िया सोधन तरत लगाई। नौ ने देखिया भी ये की भाना वापरदा। सारा परिवार आया, बाबा जी के पैरों 'च बह गया। हुण सस आई सदन, पुत्त तू ही आ जा, की कर लूँ, तू ही मत्था टेक ला बाबा जी नूं। आंदी मैं जिस परिवार जम्मी पढ़ी हाँ, मेरे माँ बाप ने एको गुड़ती दी है, मैं गुरु ग्रंथ साहब की रोज़ बाणी पढ़ने वाली हाँ, मैं गुरु ग्रंथ साहब तो सिवाए किसी अगे मत्था उच्ची बोल के दस्यो नहीं टेकना। माँ ने अपने पुत नूं कहा तू लिया उन्होंने, आंदा ना भाई वो बाणी पढ़ने वाली है, मैं उन्होंने नहीं कह सकता। चलो मैं तुहाडा पुत हाँ, तुसीं मैनूं मना लिया, पर उन्होंने नहीं मैं कह सकता। साध संगत जी कईयां घरां 'च नशियां दीयां लड़ाइयां ने ना, कईयां घरां 'च भी लड़ाइयां ने, जिथे एक परिवार गुरु ग्रंथ साहब नूं मंनदा ते दूजा परिवार बाबे नूं छड्डण नूं तैयार नहीं। जे चाहुंदे हो अपने घरां विच गुरबाणी दे सहज पाठ करो, गुरबाणी दी विचार, गुरबाणी दा सिद्धांत अपणियां धीआं नूं गुरु दी चरनी लाओ। सहज पाठ साडियां बच्चियां करन, पुत साडे परिवारक मैंबर भावें एक अंक रोज़ पढ़ो, रोज़ गुरबाणी दी विचार करो, तां साडे दिन मनायां दा अर्थ है। आड़ा मन है ये चंचल है, ये विचारां दा संग्रह है। मिट्टी दी कंध डिगे ते रिपेयर भी मिट्टी नाल ही हुंदी है, सीमेंट दी कंध डिगे ते रिपेयर भी सीमेंट नाल ही हुंदी है। जिहड़ा कपड़ा फटे वो रफू भी उसे कपड़े नाल ही हुंदा है। ते मन शब्द है, इहदी रिपेयर भी शब्द नाल ही होनी है। बुत नाल किदां हो जूगी? शब्द मन है, मन भी तो शब्द ही है, ते शब्द नाल गुर क्या शब्द बनावो ये मन। बस ये है, ये साडे शब्दां दा मन बनिया, मैं गुरु दे शब्द नाल मन बनाउणा। जो गुरु दे शब्द नाल मन बन गया, मन फिर गुरु दा होएगा, मेरा मन तो होना ही नहीं। अजे मन मेरा, क्योंकि शब्द मेरे ने, विचार मेरे ने, मन मेरा। गुर के शब्द बनावो ये मन। संतो जिहड़ी गल इत्थे शब्द वरती है, साधो ए मन गहो ना जाई, हे साधो
ये मन फड़िया नहीं जा रहा। चंचल तृष्णा संग बसत है, ये जिहड़ी तृष्णा है ये नाल वसदी है, चंचल है जां ते थिर ना रहाई। तृष्णा नूं खलोण नहीं दिंदी, मन भज्जा फिरदा। हुण तुसीं वेखिओ जिहड़ा तन है रात नूं बैड ते चला जांदा है, मन रात नूं बैड ते कई वारी हुंदा ही नहीं। ਤਾਂ ਤੁਸੀਂ ਆਪਣੇ ਆਪਣੇ ਘਰਾਂ 'ਚੋਂ ਆਏ, ਜੇ ਤੁਹਾਨੂੰ ਕੋਈ ਪੁੱਛੇ ਤੁਹਾਡਾ ਘਰ ਕਿਹੜਾ, ਆਪਾਂ ਦੱਸ ਦਿੰਦੇ ਫਲਾਣੇ ਪਿੰਡ ਫਲਾਣੀ ਗਲੀ 'ਚ ਮੇਰਾ ਘਰ ਹੈ। ਹੁਣ ਸਾਨੂੰ ਸਾਡੇ ਮਨ ਦਾ ਘਰ ਪੁੱਛੇ ਤੇ ਦੱਸੋ ਮਨ ਦਾ ਘਰ ਕਿਹੜਾ? ਮਨ ਤਿੰਨ ਘਰਾਂ ਹੈ। ਇਹਨੂੰ ਬਾਣੀ ਲਿਖਿਆ ਬਾਜ ਥੂਨੀਆਂ ਛਪਰਾ ਥਾਮਿਆ ਨੀ ਘਰਿਆ ਘਰ ਪਾਇਆ ਰੇ। ਉਹ ਬੰਦਿਆ एक बैडरूम तो एक बरांडे तो 5-7 बैडरूमां दी कोठी पा ली, ये कोठी तन दी है, मन ते इस कोठी च है ही नहीं। मन ते घर ही तुरिया फिरदा है। ये मन दा घर केड़ा है? निज घर महल पावो सुख सहज बौर न होएगो, नानक बद्दा घर तहां जिथे मृत ना जन्म जरा, जिथे मृत्यु नहीं, जिथे जन्म नहीं, जिथे जरा ते बुढ़ेपा नहीं। अपने घर नूं निज घर च लैके आउणा, पाव अपने आप च टिकाउणा है। बंदे खोज दिल हर रोज ना फेर परेशानी माहे, ये जो दुनिया शेर मेला दस्त हाथ गिरी ना है, ये तो जादू की नगरी है। जिवें जादूगर आउंदा बाजी पाउण लई किन्नियां चीज़ां कढ कढ के विखाउंदा, साढ़े हाथों चो कुछ भी नहीं आता। आ जिहड़ा तू कुछ वेखदा पिया ना, ये दस्तगिरी ना है, जादू की नगरी है। बस बंदे खोज दिल हर रोज ना फेर परेशानी माहे, रोज अपने आप को खोजना शुरू कर दे। क्यों? क्योंकि कठिन क्रोध घट ही के भीतर, हिरदे विच क्रोध वस रहा है। जे सुध सब बिसराई, जो क्रोध बंदे दे अंदर हुंदा है ना, बंदे नूं सुध कोई नहीं हुंदी। क्रोध च कई फड़ के अपने सके दे भी सिर च मार दिंदा है। क्रोध विच पति पत्नी मां बाप भैन भरा प्योआं कोलों भी पुत्तां दे कतल करा दिंदा है। अपने हत्थीं मझ मंडी चों खरीद के लिआंदी 70-80 हज़ार दी, गुस्सा आया कथाएं डांग वज गई। पशु भी कई किसानां कोलों अपने आप मरे ने, गुस्से च अपने रिश्तेदारां ते गड्डियां भी चाड़ियां ने, किन्ना कुछ वापरदा। क्रोध बाद विच पछताउंदे ने। तां ही कहंदे ना हथियार खरीदना सौखा है, पर हथियार घरां च रखना सौखा काम नहीं। उहदे वास्ते सहज बहुत चाहिए। तुसीं वेखा घर च जिहड़ा गुस्सेखोर सुभाਅ होवे ना, जिन्हां घरां च वैपन हुंदे ने, रिवाल्वर को गानो लुको रखदियां बीबियां भी किते इहदे हत्थ आ गया तो पता नहीं की हो जाना। क्रोध चंडाल है। कठिन क्रोध घट ही के भीतर, जे सुध सब बिसराई, ज्ञान रतन सब को हिर लीना। जिहड़ा ज्ञान रतन आ मेरे अंदर पिया, ये ज्ञान रतन जिहने सानूं सोझी देनी सी, तां स्यों कस ना बसाई। ज्ञान दा रतन भी इस क्रोध ने चोरी कर लिया, खत्म हो गया। जो क्रोध होता तो ज्ञान गुण कुछ नहीं होता बंदे नूं। ज्ञान रतन सब को हिर लीना, तां स्यों कस ना बसाई। जोगी जतन करत सब हारे, जोगी लोग भी बड़े जतन करते रहे। पाठ पढ़े और वेद विचारे निवल भयंगम साधे, पंच जना स्यो संग न छुटक्यो, अदक अहम बुद्ध बादे प्यारे। इन विद मिल न जाई, मैं किए कर्म अनेका, हार प्रभ स्वामी के द्वारे दीजै बुद्ध बवेका। जोगी जतन करत सब हारे, गुणी रहे गुण गाई। बड़े विचारवान भी ये विचारा करते रहे, पर नहीं गल बनी। कहो नानक जन भये दयाला। हे नानक आख, जदों उस गुरु रब परमात्मा वो रहमत के घर विच आया तो सब बिद बन आई, पे सारे ढो गए, सारे बिद बन गए, ते ये मन कंट्रोल च आ गया। किदां आया? कुंभे बद्दा जल रहे, जल बिन ज्ञान का बदा, गुर बिना ज्ञान न होए। घड़े ने पानी बन के रखिया ते घड़ा पानी तो बिना तैयार नहीं होंदा। सुक्की मिट्टी का घड़ा नहीं बनना, ते घड़े ने पानी बन के रखना। कुंभे बदा जल रहे, कुंभ ने जल बन के रखे। जल बिना
कौम न होए, ज्ञान का बद्दा मन रहे। ज्ञान किदा मन नूं बंधा, इदां बंधा। भरा ने ठगी मार लगा, ज्ञान कहता समझ कहती ना मार, उन्हें मन नूं बंधता भी नहीं। लालच ना कर, लालच करेगा जमीन 2 किले वाजू पर भरा नहीं लभना। भरा नहीं लभना, जमीन 2 किले वाजू, भरा नहीं लभना। रिश्तेदार लभ जाणगे, भरा नहीं लभना। जायदाद वाजू तेरी, कोठियां कारां आ जाणगियां, पर ताए दा पुੱਤ नहीं लभना, भूआ दा पुੱਤ नहीं लभना, मासी दा पुੱਤ नहीं लभना। ज्ञान इदां मन नूं बंधदा। जो ज्ञान नहीं हुंदा फिर बंदा आ भी मार ठगी, ओहदे नाल ठगी मार, ओहदे नाल लुट सुट कर। ये गुरु 9वें पातशाह दा वाक है कि भाई कठिन क्रोध घट ही के भीतर, जे सुध सब बिसराई, ज्ञान रतन, ये रतन है। सब को हिर लीना तां कश ना बसाई। ते गुरु नानक साहिब जी कहते कुंभे बद्दा जल रहे, जल बिन कुंभ न होए, ज्ञान का बद्दा मन रहे, गुर बिन ज्ञान न होए। सारे पढ़ो एक बार फिर समाप्ति है। गुर बिन ज्ञान न होए, गुर बिन ज्ञान न होए, गुर बिन ज्ञान न होए, गुर बिन ज्ञान न होए। वाह वाह। ज्ञान का बद्दा मन रहे, ज्ञान का बद्दा मन रहे। वाह वाह। गुर बिन ज्ञान न होए, गुर बिन ज्ञान न होए, गुर बिन ज्ञान न होए, गुर बिन ज्ञान न होए। कुंभे बद्दा जल रहे, कुंभे बद्दा जल रहे। वाह वाह। जल बिन कुंभ न होए, जल बिन कुंभ न होए, जल बिन कुंभ न होए, जल बिन कुंभ न होए। ज्ञान का बद्दा मन रहे, ज्ञान का बद्दा मन रहे। गुर बिन ज्ञान न होए, गुर बिन ज्ञान न होए, गुर बिन ज्ञान न होए, गुर बिन ज्ञान न होए। वाह वाह। कोटान कोट शुकराना है मालिक दा, जिन्हां दी पावन पवित्र विचार बाणी जिस दी आपां रल मिल के विचार साझी कीती है। आओ जिथे गुरु तेग बहादुर महाराज जी दे शहीदी दिन नूं समर्पित होके बैठे हो, अपने घरां विच बाणी पढ़ो, सहज पाठ करिया करो। भैणों वीरो, गुरबाणी आप पढ़ो, अपने बच्चों नाल बैठ के गुरमत दीयां गल्लां, जो संस्कार तुसीं घरां चों दे सकदे हो, बाहरों नहीं मिलने। आओ नशियां दा त्याग करके परिवारां 'च साझे तौर ते निक्कियां निक्कियां गल्लां ते जायदादां पिछे घर 'च लड़ाइयां नहीं पाउणियां चाहीदियां। ऐदां रखो सबर। जे अद्धे मरले नाल लड़ाई मुकदी है, भरावा तू वध लै ला। जे मेरे बच्चियां 'च लियाकत होई, उन्हां आपे होर बना लैनी है, पर आपां लड़ना नहीं ना, आपां लड़ना नहीं। ते बड़े फैसले साडे घरां दे घरे ही हो सकदे ने। इहो सानूं साडा गुरु ਸਾਹਿਬ राजियां दीयां लड़ाइयां मुकाउंदे रहे, असीं उन्हां दे वारस हो के अपणियां निक्कियां निक्कियां लड़ाइयां जायदादां दीयां अदालतां ते लई फिरीए, ये कोई सियाणप नहीं है। आस है आप जी बेनती प्रवान करोगे। आओ अपने घरां च बाणी दी विचार खुद करिए, सहज पाठ करिए, नशियां तो रहत हो के सोहना समाज सिरजण विच अपना योगदान पाइए। विचारां करदियां भुल्लां मेरियां, बचन गुरु दे जाण के हिरदे विचों सोना। कल दा एक दीवान होर बाकी है, जिस विच ठीक आपां कल नूं भी 11 बजे मेरे ख्याल च
ਦੀਵਾਨ ਦੀ ਆਪਾਂ ਵਿਚਾਰ ਕੱਲ ਆਰੰਭ ਕਰਾਂਗੇ। ਕੱਲ 11 ਵਜੇ ਟਾਈਮ ਹੈ। ਆਪ ਜੀ ਨੇ ਟਾਈਮ ਸਿਰ ਹੀ ਪਹੁੰਚਣ ਦਾ ਯਤਨ ਕਰਨਾ। ਆਓ ਰਲ ਮਿਲ ਕੇ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਕਰੀਏ। ਅਦਬ ਸਤਿਕਾਰ ਨਾਲ ਫਤਿਹ ਬੁਲਾਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ